ਜੇ ਕਿਸੇ ਦਾ ਮੋਢਾ ਇਥੋਂ ਸਾਈਡ ਤੋਂ ਦੁਖਦਾ ਹੈ ਤੇ ਪੱਗ ਦੀਆਂ ਕੰਘੀ ਨਹੀਂ ਬਾਈ ਜਾ ਰਹੀ ਤਾਂ ਆਪਣੀ ਸ਼ੋਲਡਰ ਇੰਜਰੀ ਨੂੰ ਨਿਗੇਟ ਨਾ ਕਰੋ। ਸਿਮਿਲਰਲੀ ਜੇ ਕਿਤੇ ਸਾਹਮਣੇ ਚੂਲੇ 'ਚ ਤਕਲੀਫ ਹੋ ਰਹੀ ਹੈ, ਤੁਹਾਨੂੰ ਪਤਾ ਹੈ ਤੁਹਾਡੀ ਐਡਿਕਸ਼ਨਸ ਹੈਗੀਆਂ ਇਨ ਦ ਪਾਸਟ, ਗੈਟ ਪ੍ਰੋਪਰ ਟ੍ਰੀਟਮੈਂਟ ਡਨ ਤੇ ਉਹਨੂੰ ਡਿਲੇ ਨਾ ਕਰੋ। ਅਸਲ ਦੇ ਵਿੱਚ ਇਹ ਬਿਮਾਰੀਆਂ ਕਿਹੜੀਆਂ ਨੇ? ਕਿਉਂਕਿ ਇੱਕ ਨਾ ਦੋ ਨਾ ਤਿੰਨ ਨਾ ਕਰਦੇ ਕਰਦੇ ਕਈ ਬਿਮਾਰੀਆਂ ਹੁੰਦੀਆਂ। ਅਸਲ ਦੇ ਵਿੱਚ ਕਿਹੜੀਆਂ ਬਿਮਾਰੀਆਂ ਹੁੰਦੀਆਂ ਚੂਲੇ ਤੋਂ? ਐਲਕੋਹਲ ਤੇ ਸਮੋਕਿੰਗ ਵੀ ਇਹਦੇ ਵਿੱਚ ਇੰਪੋਰਟੈਂਟ ਪਾਰਟ ਹੈਗੇ ਨੇ, ਜਿਹਦੇ ਕਰਕੇ ਹਿਪ ਦੇ ਬॉल ਦੀ ਬਲੱਡ ਸਪਲਾਈ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈਗੀ ਹੈ। ਜੇਕਰ ਮੋਢੇ 'ਚ ਕਿਸੇ ਦੇ ਦਰਦ ਹੁੰਦੀ ਆ ਤੇ ਉਹ ਜੇਕਰ ਸਮੇਂ ਸਿਰ ਇਲਾਜ ਨਹੀਂ ਕਰਾਉਂਦਾ ਤੇ ਕੀ ਗੰਭੀਰ ਬਿਮਾਰੀ ਬਣ ਸਕਦੀ ਹੈ? ਕੋਈ ਚੂਲੇ ਦਾ ਫ੍ਰੈਕਚਰ ਵੀ ਕਈ ਵਾਰ ਐਸਾ ਹੁੰਦਾ ਕਿ ਚੀਜ਼ ਟੁੱਟੀ ਹੁੰਦੀ ਹੈ, ਪੇਸ਼ੈਂਟ ਨੂੰ ਦਰਦ ਹੁੰਦਾ, ਪਰ ਕਈ ਵਾਰ ਐਕਸ-ਰੇ ਦੇ ਵਿੱਚ ਐਵੀਡੈਂਟ ਨਹੀਂ ਹੁੰਦੀ ਕਿਉਂਕਿ ਹਿੱਲੀ ਨਹੀਂ ਹੁੰਦੀ। ਉਸ ਪੋਜੀਸ਼ਨ ਦੇ ਵਿੱਚ ਕਈ ਵਾਰ ਸੀਟੀ ਸਕੈਨ ਜਾਂ MRI ਕਰਵਾਉਣਾ ਜ਼ਰੂਰੀ ਹੋ ਸਕਦਾ ਹੈਗਾ। ਜਿਹੜੀ ਨਵੀਂ ਟੈਕਨੀਕ ਹੈਗੀ ਹੈ ਉਹਦੇ ਨਾਲ ਸਾਨੂੰ ਕੋਈ ਮਸਲ ਕੱਟ ਨਹੀਂ ਕਰਨਾ ਪੈਂਦਾ। ਅਸੀਂ ਜਿਵੇਂ ਕਿਸੇ ਚੀਜ਼ ਦੀ ਤਹਿਾਂ ਦੇ ਵਿੱਚੋਂ ਜਾ ਕੇ ਹਿਪ ਰਿਪਲੇਸਮੈਂਟ ਕਰ ਸਕਦੇ ਹੈਗੇ ਤੇ ਅਸੀਂ ਦੁਰਾਹੇ ਦੇ ਵਿੱਚ ਇਹ ਕਰ ਰਹੇ ਹੈਗੇ। ਸਮੱਸਿਆ ਜ਼ਿਆਦਾ ਤੁਹਾਨੂੰ ਕਿਹਦੇ ਵਿੱਚ ਦੇਖਣ ਨੂੰ ਮਿਲਦੀ ਆ? ਔਰਤਾਂ ਵਿੱਚ ਹੈ, ਮਰਦਾਂ ਵਿੱਚ ਹੈ, ਨੌਜਵਾਨਾਂ ਵਿੱਚ ਹੈ, ਅੱਜ ਦੀ ਪੀੜ੍ਹੀ ਵਿੱਚ ਹੈ? ਯੰਗਸਟਰ ਦੇ ਵਿੱਚ ਆਪਾਂ ਸੁਣਦੇ ਕਿਸੇ ਦਾ ਮੋਢਾ ਉੱਤਰ ਜਾਂਦਾ ਹੈਗਾ। ਆਮ ਤੌਰ ਤੇ ਆਪਣੀ ਕਹਾਣੀ ਉੱਥੇ ਖਤਮ ਹੋ ਜਾਂਦੀ ਹੈ ਕਿ ਜੀ ਮੋਢਾ ਚੜ੍ਹਾ ਲਿਆ, ਕਿਸੇ ਨੇ ਭਲਵਾਨ ਤੋਂ ਚੜ੍ਹਾਇਆ, ਕਿਸੇ ਨੇ YouTube ਤੋਂ ਦੇਖ ਕੇ ਚੜ੍ਹਾਇਆ, ਕਿਸੇ ਨੇ ਸ਼ੋਲਡਰ ਸਰਜਨ ਤੋਂ ਚੜ੍ਹਾਇਆ। ਐਕਚੁਅਲੀ ਸਟੋਰੀ ਉੱਥੇ ਮੁੱਕਦੀ ਨਹੀਂ ਹੈਗੀ। ਤਾਂ ਚੂਲੇ ਦੀਆਂ ਜਾਂ ਹਿਪ ਦੀਆਂ ਪ੍ਰੋਬਲਮ ਯੰਗਸਟਰਸ ਦੇ ਵਿੱਚ ਡਿਫਰੈਂਟ ਨੇ, ਐਲਡਰਲੀ ਦੇ ਵਿੱਚ ਡਿਫਰੈਂਟ ਨੇ, ਮੇਲਸ ਐਂਡ ਫੀਮੇਲਸ ਪ੍ਰੀਟੀ ਮੱਚ ਇਕੁਅਲੀ ਅਫੈਕਟਡ ਹੁੰਦੇ ਹੈਗੇ ਨੇ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਹੈਲਥ। ਅੱਜ ਦੇ ਇਸ ਪ੍ਰੋਗਰਾਮ ਵਿੱਚ ਡਾਕਟਰ ਰਜੇਸ਼ਵਰ ਸਿੰਘ ਸਿੱਧੂ ਨਾਲ ਗੱਲਬਾਤ ਕਰਾਂਗੇ। ਸਿੱਧੂ ਹਸਪਤਾਲ ਦੁਰਾਹਾ ਲੁਧਿਆਣੇ ਦੇ ਵਿੱਚ ਇਹਨਾਂ ਦਾ ਹਸਪਤਾਲ ਪੈਂਦਾ ਤੇ ਡਾਕਟਰ ਮਾਹਰ ਨੇ ਗੋਡਿਆਂ, ਮੋਢਿਆਂ ਅਤੇ ਹਿਪ ਦੀ ਤਕਨੀਕ ਨਾਲ, ਨਵੀਂ ਤਕਨੀਕ ਨਾਲ ਜੋ ਇਲਾਜ ਕਰਦੇ ਨੇ। ਡਾਕਟਰ ਸਾਹਿਬ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਬਿਮਾਰੀ ਸ਼ੁਰੂ ਕਿੱਦਾਂ ਹੁੰਦੀ ਹੈ, ਇਹਦੇ ਲੱਛਣ ਕਿਹੜੇ ਨੇ ਤੇ ਕਿੰਨੀ ਕੁ ਉਮਰ ਦੇ ਲੋਕ ਜ਼ਿਆਦਾ ਇਹਦੀ ਪੇਟ ਵਿੱਚ ਆਉਂਦੇ ਨੇ। ਸੋ ਡਾਕਟਰ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਡਾਕਟਰ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਨਵਜੀਤ ਜੀ, ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਸ਼ੁਰੂਆਤ ਹੀ ਇੱਥੋਂ ਕਰ ਲੈਂਦੇ ਕਿ ਲੋਕਾਂ ਨੂੰ ਸਮੱਸਿਆਵਾਂ ਬਹੁਤ ਨੇ। ਲੋਕ ਕਹਿੰਦੇ ਆ ਕਿ ਛੋਟੀਆਂ-ਛੋਟੀਆਂ ਸਮੱਸਿਆਵਾਂ ਨੇ, ਪਰ ਛੋਟੀਆਂ ਸਮੱਸਿਆਵਾਂ ਵੱਡੀਆਂ ਬਣ ਜਾਂਦੀਆਂ ਨੇ। ਤੁਸੀਂ ਗੋਡਿਆਂ ਦੇ, ਮੋਢਿਆਂ ਦੇ ਜਾਂ ਹਿੱਪ ਦਾ ਇਹਦਾ ਇਲਾਜ ਕਰਦੇ ਹੋ, ਕੀ ਲੱਗਦਾ ਕਿ ਕਿੰਨੇ ਕੁ ਲੋਕਾਂ ਨੂੰ ਇਹ ਸਮੱਸਿਆ ਹੈਗੀ ਹੈ? ਹਾਂਜੀ, ਬੜਾ ਪਰਟੀਨੈਂਟ ਇੰਪੋਰਟੈਂਟ ਥਿੰਗ ਹੈਗੀ ਹੈ ਕਿ ਹਿਪ ਜੁਆਇੰਟ ਪੇਨ, ਸ਼ੋਲਡਰ ਜੁਆਇੰਟ ਪੇਨ ਤੇ ਨੀ ਪੇਨ ਆਪਣੇ ਲੋਕਾਂ 'ਚ ਬਹੁਤ ਜ਼ਿਆਦਾ ਕਾਮਨ ਹੈ। ਬਟ ਇੰਡੀਆ ਦੇ ਵਿੱਚ ਅਸੀਂ ਉਹ ਡਿਜ਼ੀਜ਼ਸ ਤਦ ਦੇਖਦੇ ਹਾਂ ਜਦ ਉਹ ਪੂਰੀ ਤਰ੍ਹਾਂ ਘਸ ਗਿਆ ਹੁੰਦੀਆਂ ਨੇ ਜਾਂ ਆਪਣੇ ਲਾਸਟ ਸਟੇਜਸ 'ਤੇ ਆ ਗਈਆਂ ਹੁੰਦੀਆਂ ਨੇ। ਅਤੇ ਆਈ ਡੋਂਟ ਥਿੰਕ ਆਈ ਵੁੱਡ ਬੀ ਰੋਂਗ ਕਿ ਜੇ ਮੈਂ ਕਹਾਂ ਕਿ ਹਰ ਦੂਜੇ ਘਰ ਦੇ ਵਿੱਚ ਡਿਪੈਂਡਿੰਗ ਔਨ ਏਜ ਆਪਣੀ ਕੋਈ ਮਦਰ ਇਨ ਦ ਐਲਡਰਲੀ ਏਜ ਗਰੁੱਪ ਜਾਂ ਕੋਈ ਗ੍ਰੈਂਡ ਮਦਰਸ ਹੈਗੀਆਂ ਹੀ ਨੇ ਜਿਨ੍ਹਾਂ ਦੇ ਜਾਂ ਤਾਂ ਚੂਲਾ ਦੁਖਦਾ ਜਾਂ ਗੋਡਾ ਦੁਖਦਾ ਜਾਂ ਕਿਸੇ ਕਾਰਨਵਸ਼ ਕੋਈ ਛੋਟੀ ਸੱਟ ਲੱਗਣ ਕਰਕੇ, ਘਰੇ ਹੀ ਗਿਰਨ ਕਰਕੇ, ਜਿਹਨੂੰ ਆਪਾਂ ਲੋ ਵੈਲੋਸਿਟੀ ਟਰਾਮਾ ਕਹਿ ਦਿੰਦੇ ਹੈਗੇ ਆ, ਕੋਈ ਲਿਗਾਮੈਂਟ ਇੰਜਰੀ ਹੋਈ ਹੁੰਦੀ ਹੈਗੀ ਹੈ। ਤਾਂ ਇਹ ਐਕਸਟ੍ਰੀਮਲੀ ਕਾਮਨ ਹੈ ਅਤੇ ਆਪਾਂ ਨੂੰ ਹਰ ਸੈਕਿੰਡ ਘਰ ਦੇ ਵਿੱਚ ਹਿਪ ਪੇਨ, ਨੀ ਪੇਨ ਤੇ ਸ਼ੋਲਡਰ ਪੇਨ ਅੱਜ ਕੱਲ੍ਹ ਬਹੁਤ ਕਾਮਨ ਦਿਖ ਰਹੀ ਹੈਗੀ ਹੈ। ਅੱਛਾ, ਇੱਕ ਚੀਜ਼ ਦੱਸਿਓ, ਤੁਸੀਂ ਚੂਲੇ ਦਾ ਜ਼ਿਕਰ ਕੀਤਾ। ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਮ ਹੀ ਬਿਮਾਰੀ ਹੋ ਜਾਂਦੀ ਹੈ, ਟੁੱਟ ਜਾਂਦਾ ਕਿਸੇ ਵੇਲੇ, ਬਿਸਤਰੇ ਤੇ ਪੈ ਜਾਂਦੇ ਨੇ, ਪਰ ਕਿਸ ਹਿਸਾਬ ਦੇ ਨਾਲ, ਕਿਹੜੀ ਤਕਨੀਕ ਹੈ ਜਿਹਦੇ ਰਾਹੀਂ ਤੁਸੀਂ ਉਹਨਾਂ ਦਾ ਇਲਾਜ ਕਰਦੇ ਹੋ ਫਿਰ? ਹਾਂਜੀ, ਚੂਲਾ ਜਿਹਨੂੰ ਆਪਾਂ ਹਿਪ ਜੁਆਇੰਟ ਵੀ ਕਹਿੰਦੇ ਹੈਗੇ ਆ, ਜਿਹੜੀ ਸਭ ਤੋਂ ਜ਼ਿਆਦਾ ਕਾਮਨ ਚੀਜ਼ ਅਸੀਂ ਦੇਖਦੇ ਹੈਗੇ ਆ ਕਿ ਉਹਨੂੰ ਕਹਿੰਦੇ ਹੈਗੇ ਏਵਾਸਕੂਲਰ ਨੈਕਰੋਸਿਸ ਆਫ ਦ ਹਿਪ, ਐਂਡ ਦੀ ਅਦਰ ਥਿੰਗ ਇਜ਼ ਚੂਲੇ ਦਾ ਫ੍ਰੈਕਚਰ ਹੋਣਾ ਜਾਂ ਹਿਪ ਫ੍ਰੈਕਚਰ ਹੋਣਾ। ਏਵਾਸਕੂਲਰ ਨੈਕਰੋਸਿਸ ਆਫ ਦ ਹਿਪ ਇੱਕ ਐਸੀ ਚੀਜ਼ ਹੈ, ਨਾਮ ਬੜਾ ਵੱਡਾ ਅਤੇ ਫੈਂਸੀ ਲੱਗਦਾ ਹੈਗਾ, ਬਟ ਆਪਾਂ ਇਹਨੂੰ ਪੰਜਾਬੀ ਸਧਾਰਨ ਭਾਸ਼ਾ 'ਚ ਮੈਂ ਸਮਝਾਵਾਂ ਤਾਂ ਜਿਹੜਾ ਆਪਣਾ ਚੂਲਾ ਹੁੰਦਾ ਹੈ ਇੱਕ ਬॉल ਐਂਡ ਸੌਕਟ ਜੁਆਇੰਟ ਹੁੰਦਾ ਹੈਗਾ। ਜਿਹੜੀ ਬॉल ਹੈ ਕਈ ਕਾਰਨਵਸ਼ ਡਿਪੈਂਡਿੰਗ ਔਨ ਏਜ, ਜੋ ਐਜ਼ ਅਰਲੀ ਐਜ਼ ਪੋਸੀਬਲ 20 ਸਾਲ ਤੋਂ ਵੀ ਕਈ ਵਾਰ ਦਿਖਣਾ ਸ਼ੁਰੂ ਹੋ ਜਾਂਦਾ ਹੈਗਾ। ਕੀ ਹੁੰਦਾ, ਉਹ ਚੂਲੇ ਦੀ ਬॉल ਦੀ ਬਲੱਡ ਸਪਲਾਈ ਕਿਸੇ ਕਾਰਨਵਸ਼ ਖਤਮ ਹੋ ਜਾਂਦੀ ਹੈ। ਕਈ ਵਾਰ ਮੈਂ ਬੇਸਿਕ ਐਗਜ਼ਾਮਪਲਸ 'ਚ ਅਸੀਂ ਗੱਲ ਕਰਦੇ ਹੈਗੇ ਹਾਂ ਕਿ
ਕਿਸੇ ਪੌਦੇ ਨੂੰ ਪਾਣੀ ਦੀ ਜਗ੍ਹਾ ਕੋਈ ਪੋਇਜ਼ਨਸ ਥਿੰਗ ਪਾ ਦਿੱਤੀ ਜਾਵੇ, ਕਿਵੇਂ ਪੌਦਾ ਹਰੇ ਤੋਂ ਸੁੱਕਣਾ ਸ਼ੁਰੂ ਹੋ ਜਾਊਗਾ। ਇਨ ਮੈਟਾਫੋਰਿਕਲ ਸੇਮ ਵੇ ਜਿਹੜਾ ਚੂਲਾ ਹੈਗਾ ਉਹਦੀ ਵੀ ਕਈ ਵਾਰ ਅਸੀਂ ਦੇਖਦੇ ਹਾਂ ਨਸ਼ਿਆਂ ਕਰਕੇ, ਕਈ ਵਾਰ ਐਕਸੈਸਿਵ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਇਹਦੇ ਕੇਸਿਸ ਆਉਣੇ ਸ਼ੁਰੂ ਹੋਏ ਹੈਗੇ ਨੇ, ਕਈ ਵਾਰ ਸਟੀਰੋਇਡ ਯੂਜ਼ ਕਰਕੇ। ਐਲਕੋਹਲ ਤੇ ਸਮੋਕਿੰਗ ਵੀ ਇਹਦੇ ਵਿੱਚ ਇੰਪੋਰਟੈਂਟ ਪਾਰਟ ਹੈਗੇ ਨੇ, ਜਿਹਦੇ ਕਰਕੇ ਹਿਪ ਦੇ ਬॉल ਦੀ ਬਲੱਡ ਸਪਲਾਈ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈਗੀ ਹੈ। ਸੈਕਿੰਡ ਮੋਸਟ ਕਾਮਨ ਜੋ ਤੁਸੀਂ ਗੱਲ ਕੀਤੀ ਕਿ ਕਿਸੇ ਬਜ਼ੁਰਗ ਦਾ ਗਿਰਨ ਕਰਕੇ ਇੱਕ ਸਰਟਨ ਏਜ ਤੋਂ ਬਾਅਦ ਜਿੱਥੇ ਆਪਣਾ ਬॉल ਐਂਡ ਸੌਕਟ ਹੁੰਦੀ ਹੈਗੀ ਹੈ, ਜਿਹੜੀ ਉਹ ਬॉल ਹੈ ਬਹੁਤ ਕਮਜ਼ੋਰ ਹੋ ਗਈ ਹੁੰਦੀ ਹੈ, ਅਤੇ ਜਦ ਕਦੇ ਕੋਈ ਗਿਰਦਾ ਹੈਗਾ ਤਾਂ ਬਜ਼ੁਰਗਾਂ ਦੇ ਵਿੱਚ ਚੂਲਾ ਟੁੱਟਣਾ ਬਹੁਤ ਕਾਮਨ ਥਿੰਗ ਹੈਗੀ ਹੈ। ਅਤੇ ਇਹ ਸਾਰੀ ਚੀਜ਼ਾਂ ਦੇ ਵਿੱਚ ਦਵਾਈ ਅਤੇ ਪਲਸਤਰ ਨਾਲ ਇਹਦਾ ਪੱਕਾ ਇਲਾਜ ਨਹੀਂ ਹੋ ਸਕਦਾ, ਜਿਹਦੇ ਵਿੱਚ ਟੋਟਲ ਹਿਪ ਰਿਪਲੇਸਮੈਂਟ ਦਾ ਰੋਲ ਆਉਂਦਾ ਹੈਗਾ। ਸਿਰ ਸਾਹਿਬ ਇੱਕ ਚੀਜ਼ ਹੋਰ ਦੱਸਿਓ ਇੱਥੇ ਕਿ ਬਹੁਤ ਸਾਰੇ ਲੋਕਾਂ ਨੂੰ ਚੂਲੇ ਦੀਆਂ ਬਿਮਾਰੀਆਂ ਹੁੰਦੀਆਂ, ਅਸਲ ਦੇ ਵਿੱਚ ਇਹ ਬਿਮਾਰੀਆਂ ਕਿਹੜੀਆਂ ਨੇ? ਕਿਉਂਕਿ ਇੱਕ ਨਾ ਦੋ ਨਾ ਤਿੰਨ ਨਾ ਕਰਦੇ ਕਰਦੇ ਕਈ ਬਿਮਾਰੀਆਂ ਹੁੰਦੀਆਂ, ਅਸਲ ਦੇ ਵਿੱਚ ਕਿਹੜੀਆਂ ਬਿਮਾਰੀਆਂ ਹੁੰਦੀਆਂ ਚੂਲੇ ਤੋਂ? ਹਾਂਜੀ, ਇਹ ਬੜੀ ਮਲਟੀਫੈਕਟੋਰੀਅਲ ਹੁੰਦੇ ਆ। ਮੈਂ ਜਿਹੜੇ ਮੇਨ 3-4 ਕਾਮਨ ਜਾਂ ਆਪਾਂ ਕਹੀਏ ਇੰਟਰਨੈਸ਼ਨਲੀ ਦੇਖਣ ਨੂੰ ਮਿਲਦੀਆਂ ਜਾਂ ਆਪਣੇ ਏਰੀਆ 'ਚ ਵੀ, ਨੰਬਰ 1 ਗਠੀਏ ਕਰਕੇ ਇਹ ਤਕਲੀਫ ਕਾਫੀ ਹੁੰਦੀ ਹੈਗੀ ਆ। ਗਠੀਏ ਦੇ ਵਿੱਚ ਅਗੇਨ ਕਈ ਵਾਰ ਆਪਣੇ ਲੋਕ ਘੋਲ ਕਰ ਜਾਂਦੇ ਹੈਗੇ ਆ, ਰਾਈਟ ਟਾਈਮ ਮੈਡੀਕੇਸ਼ਨ ਨਹੀਂ ਸ਼ੁਰੂ ਕਰਦੇ, ਗਠੀਏ ਕਰਕੇ ਬਹੁਤ ਜ਼ਿਆਦਾ ਹੈ। ਸੈਕਿੰਡ ਜਿਹੜਾ ਮੈਂ ਕਿਹਾ ਏਵੀਐਨ, ਜਿਹੜਾ ਏਵੈਸਕੂਲਰ ਨੈਕਰੋਸਿਸ ਹੈ, ਜੋ ਕਈ ਵਾਰ ਦੋਨੋਂ ਸਾਈਡ ਦੇ ਚੂੜਿਆਂ ਨੂੰ ਇਕੱਠਾ ਇਫੈਕਟ ਕਰ ਸਕਦਾ ਹੈ, ਉਹਦੇ ਵੀ ਬੜੇ ਕਾਰਨ ਹੈਗੇ ਨੇ, ਜਿਹਦੇ ਵਿੱਚ ਲਾਈਫ ਸਟਾਈਲ, ਹਾਈ ਵੇਟ, ਸਮੋਕਿੰਗ, ਐਲਕੋਹਲ ਪਾਰਟ ਆਫ ਇਟ ਹੈਗੀਆਂ ਨੇ। ਜਾਂ ਇੱਕ ਜਿਹਨੂੰ ਕਹਿੰਦੇ ਆ ਏਜ ਨਾਲ ਵੇਅਰ ਟੇਅਰ ਹੋਣਾ, ਜਿਹਨੂੰ ਬ੍ਰੇਨ ਆਸਟੀਓਆਰਥਰਾਈਟਿਸ ਕਹਿੰਦੇ ਆ। ਕਈ ਵਾਰ ਅਸੀਂ ਪੰਜਾਬੀ ਦੇ ਵਿੱਚ ਐਗਜ਼ਾਮਪਲ ਦਿੰਦੇ ਹਾਂ, ਜਿਵੇਂ ਕੋਈ ਗੱਡੀ ਹੈਗੀ ਹੈ, ਉਹਦੇ ਟਾਇਰ ਨੇ 50-60 ਹਜ਼ਾਰ ਕਿਲੋਮੀਟਰ ਬਾਅਦ ਜਿਹੜੇ ਬੰਦੇ ਨੇ ਸਾਰੀ ਉਮਰ ਕੰਮ ਕੀਤਾ, ਮਿਹਨਤ ਕੀਤਾ, ਇਹਨਾਂ ਨੇ ਘੱਸਣਾ ਹੀ ਹੈਗਾ। ਸੋ ਬਰੋਡਲੀ ਇਹ ਮੇਨ ਰੀਜ਼ਨਸ ਨੇ, ਅਪਾਰਟ ਫਰੋਮ ਜੇ ਕੋਈ ਗਿਰ ਕੇ ਕਿਸੇ ਦਾ ਚੂਲਾ ਟੁੱਟ ਜਾਵੇ, ਉਹ ਟਰਾਮਾ ਕੈਟਾਗਰੀ 'ਚ ਆ ਜਾਂਦਾ। ਪਰ ਇਹ 3 ਮੇਨ ਇਸ਼ੂਜ਼ ਨੇ ਜਿਹਦੇ ਕਰਕੇ ਅਸੀਂ ਜ਼ਿਆਦਾ ਹਿਪ ਜਾਂ ਚੂਲੇ ਦੀ ਪੇਨ ਨਾਲ ਪੇਸ਼ੈਂਟਸ ਦੇਖਦੇ ਹੈਗੇ। ਡਾਕਟਰ ਸਾਹਿਬ ਇੱਕ ਗੱਲ ਹੋਰ ਦੱਸਿਓ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਾਂ ਸਮੱਸਿਆ ਹੁੰਦੀ ਹੈ, ਚੱਲੀ ਜਾਂਦਾ ਅਜੇ ਤੱਕ ਚੱਲੀ ਜਾਣ ਦਿਓ, ਕੁਛ ਨਹੀਂ ਹੁੰਦਾ, ਦੇਖੀ ਜਾਓ, ਭਲਾ ਹੋਣਾ, ਕਿਰਪਾ ਹੋ ਜੂ, ਇੱਦਾਂ ਦੀਆਂ ਗੱਲਾਂ ਦਾ ਇਸਤੇਮਾਲ ਕੀਤਾ ਜਾਂਦਾ। ਪਰ ਫਿਰ ਵੀ ਜੇਕਰ ਮੋਢੇ 'ਚ ਕਿਸੇ ਦੇ ਦਰਦ ਹੁੰਦੀ ਆ ਤੇ ਉਹ ਜੇਕਰ ਸਮੇਂ ਸਿਰ ਇਲਾਜ ਨਹੀਂ ਕਰਾਉਂਦਾ ਤੇ ਕੀ ਗੰਭੀਰ ਬਿਮਾਰੀ ਬਣ ਸਕਦੀ ਹੈ ਕੋਈ? ਹਾਂਜੀ, ਸੋ ਮੋਢੇ ਦੀਆਂ, ਸ਼ੋਲਡਰ ਦੀਆਂ ਇਸ਼ੂਜ਼ ਜਿਨ੍ਹਾਂ ਬਾਰੇ ਆਪਣੇ ਥੋੜ੍ਹੀ ਅਵੇਅਰਨੈਸ ਘੱਟ ਹੈਗੀ ਹੈ, ਅਤੇ ਤੁਸੀਂ ਬਿਲਕੁਲ ਠੀਕ ਕਿਹਾ ਕਿ ਆਪਣੀ ਪੰਜਾਬੀ ਸਪਿਰਿਟ ਦੇ ਵਿੱਚ ਇੱਕ ਵਰਡ ਹੁੰਦਾ ਚੱਲੀ ਜਾਓ, ਦੇਖੀ ਜਾਓ। ਉਹ ਮੈਂਟਲ ਹੈਲਥ ਲਈ ਤਾਂ ਬਹੁਤ ਚੰਗੀ ਚੀਜ਼ ਹੈ, ਬਟ ਅਨਫੋਰਚੂਨੇਟਲੀ ਕਈ ਵਾਰ ਫਿਜ਼ੀਕਲ ਹੈਲਥ ਲਈ ਇੰਨੀ ਵਧੀਆ ਚੀਜ਼ ਨਹੀਂ ਹੈ। ਸੋ ਸ਼ੋਲਡਰ ਪੇਨ ਬਹੁਤ ਕਾਮਨ ਹੈ। ਇਹ ਹੁੰਦੀ ਲੋ ਵੈਲੋਸਿਟੀ ਟਰਾਮਾ ਨਾਲ ਹੈ, ਜਿਹਨੂੰ ਕਿਹਾ ਕੋਈ ਘਰੇ ਹੀ ਗਿਰ ਗਿਆ। ਜਦ ਆਪਾਂ ਗਿਰਦੇ ਹਾਂ, ਜੇ ਤੁਸੀਂ ਦੇਖੋ ਤਾਂ ਆਪਾਂ ਆਪਣਾ ਹੱਥ ਸਭ ਤੋਂ ਪਹਿਲਾਂ ਬਾਹਰ ਕੱਢਦੇ ਹੈਗੇ ਹਾਂ। ਸੋ ਪੁਆਇੰਟ ਆਫ ਇੰਪੈਕਟ ਸ਼ੋਲਡਰ 'ਤੇ ਸਭ ਤੋਂ ਜ਼ਿਆਦਾ ਪੈਂਦਾ ਹੈ, ਅਤੇ ਮੋਸਟ ਕਾਮਨਲੀ ਦੇਖਿਆ ਜਾਂਦਾ ਹੈ ਐਕਸਰੇ ਕਰਵਾ ਲਿਆ, ਐਕਸਰੇ 'ਚ ਕੋਈ ਫ੍ਰੈਕਚਰ ਨਹੀਂ ਆਇਆ, ਅਤੇ ਆਪਣੇ ਫੋਕਲੋਰ ਦੇ ਵਿੱਚ ਮਾਸ ਪਾਟਿਆ ਕਹਿ ਕੇ ਗੱਲ ਚੱਲਦੀ ਜਾਂਦੀ ਹੈ। ਐਕਚੁਅਲੀ ਅੰਡਰਸਟੈਂਡਿੰਗ ਇਹ ਹੈ ਕਿ ਮਾਸ ਮੋਸਟ ਲਾਈਕਲੀ ਕਈ ਵਾਰ ਲਿਗਾਮੈਂਟ ਇੰਜਰੀ ਹੋ ਸਕਦੀ ਹੁੰਦੀ ਹੈ। ਲਿਗਾਮੈਂਟ ਇੱਕ ਇਸ ਤਰ੍ਹਾਂ ਦੀ ਤਣੀ ਹੈ ਜਾਂ ਰਬਰ ਬੈਂਡ ਹੈ ਜਿਹਨੇ ਤੁਹਾਡੇ ਸ਼ੋਲਡਰ ਨੂੰ ਮੂਵਮੈਂਟ ਦੇਣੀ ਹੈਗੀ ਹੈ। ਐਂਡ ਵਾਈ ਇਟਸ ਇੰਪੋਰਟੈਂਟ ਕਿ ਸਾਡੇ ਕੋਲ ਪੇਸ਼ੈਂਟ ਕੀ ਚੀਜ਼ਾਂ ਲੈ ਕੇ ਆਉਂਦੇ ਨੇ ਕਿ ਕੋਈ ਸਰਦਾਰ ਬੰਦਾ ਆ ਕੇ ਪੱਗ ਨਹੀਂ ਬੰਨ੍ਹ ਪਾਊਗਾ ਆਪਣੀ, ਬਿਕੋਜ਼ ਆਪਣਾ ਸ਼ੋਲਡਰ ਮੂਵਮੈਂਟ ਨਹੀਂ ਹੋ ਰਹੀ। ਲੇਡੀਜ਼ ਦੇ ਵਿੱਚ ਅਨਫੋਰਚੂਨੇਟਲੀ ਆਪਾਂ ਦੇਖਦੇ ਹਾਂ ਕਿ ਲੇਡੀਜ਼ ਦੀ ਬੇਸਿਕ ਹਾਈਜੀਨ 'ਚ ਪ੍ਰੋਬਲਮ ਆ ਜਾਂਦੀ ਹੈ, ਕਿਸੇ ਤੋਂ ਆਪਣੇ ਮੋਢੇ ਚੱਕ ਕੇ ਗੁੱਤ ਨਹੀਂ ਬੰਨੀ ਜਾਂਦੀ। ਲੇਡੀਜ਼ ਸਪੈਸੀਫਿਕਲੀ ਆਪਣੇ ਅੰਡਰਗਾਰਮੈਂਟਸ ਅਨਡਰੈਸ ਕਰਨ ਲਈ ਇੱਕ ਰੋਟੇਸ਼ਨ ਚਾਹੀਦੀ ਹੁੰਦੀ ਹੈ ਸ਼ੋਲਡਰ ਦੀ, ਜਿਹੜੀ ਬੜੀ ਲਿਗਾਮੈਂਟ ਡਿਪੈਂਡੈਂਟ ਹੁੰਦੀ ਹੈ, ਅਤੇ ਆਊਟ ਆਫ ਇਨਅਵੇਅਰਨੈਸ ਕਹਿ ਲਓ ਜਾਂ ਬਾਇਸਿਸ ਕਹਿ ਲਓ, ਆਪਾਂ ਉਹਨੂੰ ਇਗਨੋਰ ਕਰਦੇ ਜਾਂਦੇ ਹਾਂ। ਅਤੇ ਜੇ ਲਿਗਾਮੈਂਟ ਇੰਜਰੀ ਦਾ ਰਾਈਟ ਟਾਈਮ 'ਤੇ, ਜੋ ਹੁਣ ਦੂਰਬੀਨ ਰਾਹੀਂ ਜਿਨ੍ਹਾਂ ਦੇ ਇਲਾਜ ਬਰਾਬਰ ਨੇ, ਉਹ ਨਹੀਂ ਕਰਾਇਆ ਜਾਂਦਾ ਤਾਂ ਉਹ ਚੀਜ਼ ਇੰਨੀ ਵੱਧ ਜਾਂਦੀ ਹੈ ਕਿ ਮੋਢਾ ਵੀ ਆਪਣਾ ਘੱਸਣਾ ਸ਼ੁਰੂ ਹੋ ਜਾਂਦਾ, ਜਿਹਨੂੰ ਰੋਟੇਟਰ ਕਫ ਆਰਥਰੋਪੈਥੀ ਕਹਿੰਦੇ ਹੈਗੇ ਆ, ਅਤੇ ਚੀਜ਼ ਵੱਧ ਜਾਂਦੀ ਹੈ। ਅਤੇ ਯੰਗ ਏਜ ਦੇ ਵਿੱਚ ਤੁਹਾਡਾ ਮੋਢਾ ਤੁਹਾਡਾ ਸਾਥ ਨਾ ਦੇਵੇ, ਯੂ ਕੈਨ ਇਮੈਜਿਨ ਕਿ ਤੁਹਾਡੀ ਐਕਟੀਵਿਟੀਜ਼ ਆਫ ਡੇਲੀ ਲਿਵਿੰਗ ਕਿੰਨੀਆਂ ਜ਼ਿਆਦਾ ਅਫੈਕਟਡ ਹੋ ਜਾਂਦੀਆਂ। ਆਪਾਂ ਕਿਸੇ ਨੂੰ ਸਪੋਰਟਸ 'ਤੇ ਜਾ ਕੇ ਬੈਡਮਿੰਟਨ 'ਤੇ ਸਮੈਸ਼ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੋ ਜਾਂਦੀ ਹੈ, ਪੱਗ ਬੰਨ੍ਹਣਾ, ਬਾਲ ਬਾਹੁਣੇ, ਕੱਪੜੇ ਠੀਕ ਤਰ੍ਹਾਂ ਪਾਉਣਾ ਵੀ ਐਵਰੀ ਡੇ ਬੜੀ ਪ੍ਰੋਬਲਮ ਹੋ ਜਾਂਦੀ ਹੈ। ਸੋ ਉਹਦਾ ਵੀ ਇਲਾਜ ਟਾਈਮ ਸਿਰ ਪ੍ਰੋਪਰ ਇੰਜਰੀ ਰਿਲੇਟਡ ਕਰਵਾ ਲੈਣਾ ਚਾਹੀਦਾ ਹੈ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੱਸਿਓ, ਤੁਸੀਂ ਇਹ ਤਾਂ ਗੱਲ ਕੀਤੀ ਹੈ ਕਿ ਔਰਤਾਂ ਮਰਦ, ਸਮੱਸਿਆ ਜ਼ਿਆਦਾ ਤੁਹਾਨੂੰ ਕਿਹਦੇ ਵਿੱਚ ਦੇਖਣ ਨੂੰ ਮਿਲਦੀ ਹੈ? ਔਰਤਾਂ ਵਿੱਚ ਹੈ, ਮਰਦਾਂ ਵਿੱਚ ਹੈ, ਨੌਜਵਾਨਾਂ ਵਿੱਚ ਹੈ, ਅੱਜ ਦੀ ਪੀੜ੍ਹੀ ਵਿੱਚ ਹੈ?
ਆਈ ਥਿੰਕ ਅੱਜ ਦੀ ਪੀੜ੍ਹੀ ਨੂੰ ਹਰ ਪੁਰਾਣੀ ਪੀੜ੍ਹੀ ਬਲੇਮ ਕਰਨਾ ਪਸੰਦ ਕਰਦੀ ਹੈ, ਬਟ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਦਿਸ ਇਜ਼ ਮਲਟੀ ਫੈਕਟੋਰੀਅਲ ਐਂਡ ਸੀਨ ਇਨ ਆਲ ਪੋਪੂਲੇਸ਼ਨਸ। ਉਹੀ ਗੱਲ ਹੈ ਕਿ ਆਪਾਂ ਨੂੰ ਆਪਣੇ ਵਹਿਮਾਂ ਕਰਕੇ ਕਿ ਇਹ ਬਜ਼ੁਰਗਾਂ ਦੀ ਬਿਮਾਰੀ ਹੈ ਜਾਂ ਇਹ ਜਵਾਨਾਂ ਦੀ ਬਿਮਾਰੀ ਕਰਕੇ ਇਹਨੂੰ ਨੇਗੇਟ ਨਹੀਂ ਕਰਨਾ ਚਾਹੀਦਾ। ਸੋ ਬੜਾ ਵਧੀਆ ਕੁਐਸਚਨ ਹੈ ਤੁਹਾਡਾ ਕਿ ਯੰਗਸਟਰਸ ਦੇ ਵਿੱਚ, ਜੇ ਆਪਾਂ ਇਕੱਲੇ ਪਹਿਲਾਂ ਸ਼ੋਲਡਰ ਦੀ ਇੰਜਰੀ ਦੀ ਗੱਲ ਕਰੀਏ, ਯੰਗਸਟਰ ਦੇ ਵਿੱਚ ਆਪਾਂ ਸੁਣਦੇ ਕਿਸੇ ਦਾ ਮੋਢਾ ਉੱਤਰ ਜਾਂਦਾ ਹੈਗਾ, ਆਮ ਤੌਰ ਤੇ ਆਪਣੀ ਕਹਾਣੀ ਉੱਥੇ ਖਤਮ ਹੋ ਜਾਂਦੀ ਹੈ ਕਿ ਜੀ ਮੋਢਾ ਚੜਾ ਲਿਆ, ਕਿਸੇ ਨੇ ਭਲਵਾਨ ਤੋਂ ਚੜਾਇਆ, ਕਿਸੇ ਨੇ YouTube ਤੋਂ ਦੇਖ ਕੇ ਚੜਾਇਆ, ਕਿਸੇ ਨੇ ਸ਼ੋਲਡਰ ਸਰਜਨ ਤੋਂ ਚੜਾਇਆ। ਐਕਚੁਅਲੀ ਸਟੋਰੀ ਉੱਥੇ ਮੁੱਕਦੀ ਨਹੀਂ ਹੈਗੀ। ਜੇ ਕਿਸੇ ਦਾ ਮੋਢਾ ਉੱਤਰ ਜਾਂਦਾ, ਇਨ ਯੰਗਸਟਰਸ ਮੈਂ ਗੱਲ ਕਰ ਰਿਹਾ ਹੈਗਾ, ਉੱਥੇ ਕਈ ਵਾਰ ਇਹ ਵੀ ਐਵਰ ਲਾਸਟਿੰਗ ਲਿਗਮੈਂਟ ਇੰਜਰੀ ਹੋ ਜਾਂਦੀ ਜਿਹਦੇ ਨਾਲ ਬਾਰ-ਬਾਰ ਕਿਸੇ ਦਾ ਮੋਢਾ ਉੱਤਰ ਸਕਦਾ ਹੈਗਾ। ਕਈ ਵਾਰ ਅਗੇਨ ਆਪਣੇ ਬਾਇਸਿਸ ਕਰਕੇ ਆਪਾਂ ਨੂੰ ਲੱਗਦਾ ਕਿ ਜੀ ਨਿਕਲ ਗਿਆ, ਅਸੀਂ ਆਪੇ ਪਾ ਲੈਂਦੇ ਹਾਂ, ਬਟ ਇਮੈਜਿਨ ਤੁਸੀਂ ਕੱਲ ਨੂੰ ਕੋਈ ਬਹੁਤ ਜ਼ਰੂਰੀ ਕੰਮ ਕਰਦੇ ਪਏ ਹੋ, ਗੱਡੀ ਚਲਾਉਂਦੇ ਪਏ ਹੋ, ਕਿਤੇ ਬੈਠੇ ਹੋ ਤੇ ਤੁਹਾਡਾ ਮੋਢਾ ਉੱਤਰ ਜਾਵੇ, ਉਹ ਯੂ ਕੈਨ ਇਮੈਜਿਨ ਕਿੰਨੀ ਔਖੀ ਚੀਜ਼ ਹੋ ਸਕਦੀ ਹੈ। ਸੋ ਯੰਗਸਟਰਸ ਦੇ ਵਿੱਚ ਸ਼ੋਲਡਰ ਇੰਜਰੀ ਦੇ ਡਿਫਰੈਂਟ ਏਲਮੈਂਟਸ ਹੁੰਦੇ, ਜਿਹਦੇ 'ਚ ਮੇਜਰ ਹੁੰਦਾ ਹੈ ਰਿਕਰੈਂਟ ਸ਼ੋਲਡਰ ਡਿਸਲੋਕੇਸ਼ਨ, ਜਿਹਨੂੰ ਕਹਿੰਦੇ ਬਾਰ-ਬਾਰ ਮੋਢਾ ਉਤਰਨਾ, ਜਾਂ ਮੋਢਾ ਉਤਰਨ ਕਰਕੇ ਰੋਟੇਟਰ ਕਫ ਲਿਗਾਮੈਂਟ ਦੀ ਇੰਜਰੀ। ਇਹ ਯੰਗਸਟਰਸ 'ਚ ਸ਼ੋਲਡਰ ਦੀ ਗੱਲ ਆ ਗਈ। ਜੇ ਆਪਾਂ ਐਲਡਰਲੀ ਜਾਂ ਕਹੀਏ ਕਿ ਜੋ ਕੋਈ ਸਪੋਰਟਸਮੈਨ ਨਹੀਂ ਹੈ, ਉਹਨਾਂ ਵਿੱਚ ਆਉਂਦੀ ਹੈ ਜੇ ਲਿਗਾਮੈਂਟ ਇੰਜਰੀ ਕਿਸੇ ਤਰੀਕੇ ਨਾਲ ਡਿਲੇ ਹੋ ਗਈ ਹੋਵੇ ਤਾਂ ਉਹ ਮੋਢਾ ਘਸਣਾ ਸ਼ੁਰੂ ਹੋ ਜਾਂਦਾ, ਜਿਹ 'ਚ ਅਸੀਂ ਸ਼ੋਲਡਰ ਆਰਥਰਾਈਟਿਸ ਕਹਿੰਦੇ ਹੈਗੇ। ਉਹ ਇੱਕ ਡਿਫਰੈਂਟ ਫੋਲਡ ਆਫ ਥਿੰਗਸ ਹੈ। ਸੋ ਯੰਗਸਟਰਸ ਐਂਡ ਐਲਡਰਲੀ ਬੋਥ ਆਰ ਅਫੈਕਟਡ ਟੂ ਆਨਸਰ ਯਰ ਕੁਐਸਚਨ, ਮੇਲਸ ਐਂਡ ਫੀਮੇਲਸ ਇਕੁਅਲੀ। ਤੇ ਇਹਦੇ ਵਿੱਚ ਗਠੀਏ ਕਰਕੇ ਵੀ ਮੋਢੇ ਦੀ ਪ੍ਰੋਬਲਮਾਂ ਆ ਜਾਂਦੀਆਂ ਹੈਗੀਆਂ ਨੇ। ਸਿਮਿਲਰ ਚੂਲੇ ਦੇ ਵਿੱਚ ਵੀ ਅਗੇਨ ਜੇ ਆਪਾਂ ਐਥੀਕਲ ਤੇ ਐਵੀਡੈਂਸ ਬੇਸ ਗੱਲ ਕਰਨੀ ਹੈ ਤਾਂ ਚੂਲੇ ਦੀਆਂ ਜਾਂ ਹਿਪ ਦੀਆਂ ਪ੍ਰੋਬਲਮ ਯੰਗਸਟਰਸ ਦੇ ਵਿੱਚ ਡਿਫਰੈਂਟ ਨੇ, ਐਲਡਰਲੀ ਦੇ ਵਿੱਚ ਡਿਫਰੈਂਟ ਨੇ। ਮੇਲਸ ਐਂਡ ਫੀਮੇਲਸ ਪ੍ਰੀਟੀ ਮੱਚ ਇਕੁਅਲੀ ਅਫੈਕਟਡ ਹੁੰਦੇ ਹੈਗੇ ਨੇ। ਲਾਈਕ ਆਈ ਸੈਡ, ਯੰਗਸਟਰਸ ਦੇ ਵਿੱਚ ਕੋਈ 20 ਸਾਲ 25 ਸਾਲ ਦਾ ਮੁੰਡਾ ਜਿਹਨੂੰ ਏਵੀਅਨ ਹੋਇਆ ਹੋਵੇ, ਉਹ ਮੇਨ ਪਹਿਲਾਂ ਤਾਂ ਇਹੀ ਨਹੀਂ ਪਤਾ ਲੱਗਦਾ ਕਿ ਪੇਸ਼ੈਂਟ ਨੂੰ ਨਹੀਂ ਪਤਾ ਲੱਗਦਾ ਕਿ ਮੇਰੇ ਦਰਦ ਹੋ ਕਿਉਂ ਰਿਹਾ, ਬਿਕੋਜ਼ ਅਗੇਨ ਆਪਾਂ ਨੂੰ ਕਿਹਾ ਜਾਂਦਾ ਤੂੰ ਜਵਾਨ ਮੁੰਡਾ, ਜਵਾਨ ਕੁੜੀ ਹੈ, ਕੰਮ ਖਿੱਚੀ ਜਾਓ। ਏਵੀਅਨ ਕੀ ਹੈ? ਏਵੀਅਨ ਆਪਾਂ ਗੱਲ ਕਰ ਰਹੇ ਸੀ, ਏਵੈਸਕੂਲਰ ਨੈਕਰੋਸਿਸ ਆਫ ਦ ਹਿਪ, AVN ਜਿਹਨੂੰ ਕਹਿੰਦੇ ਹੈਗੇ। ਉਹਦੇ 'ਚ ਕੀ ਹੁੰਦਾ, ਪੇਸ਼ੈਂਟ ਸਭ ਤੋਂ ਪਹਿਲਾਂ ਇੰਟੀਰੀਅਰ ਗਰੋਇਨ ਪੇਨ ਨਾਲ ਆਉਂਦਾ। ਇੰਟੀਰੀਅਰ ਗਰੋਇਨ ਪੇਨ ਹੁੰਦੀ ਹੈ ਆਪਣੇ ਪੱਟ ਦੇ ਸਾਹਮਣੇ ਹਿੱਸੇ 'ਚ ਪੇਨ ਹੋਣੀ। ਪੇਸ਼ੈਂਟ ਨੂੰ ਮਹਿਸੂਸ ਹੁੰਦਾ ਕਿ ਮੇਰੇ ਪੱਟ ਦੇ ਸਾਹਮਣੇ ਹਿੱਸੇ 'ਚ ਆਪਣੇ ਢਿੱਡ ਦੇ ਥੱਲੇ, ਜਿਹਨੂੰ ਇੰਟੀਰੀਅਰ ਗਰੋਇਨ ਏਰੀਆ ਕਹਿੰਦੇ ਆ, ਉੱਥੇ ਪੇਨ ਹੁੰਦੀ ਹੈ। ਬੜਾ ਕਾਮਨ ਹੈ ਕਿ ਅਸੀਂ ਦੇਖਦੇ ਹਾਂ 25 ਸਾਲ ਦਾ ਮੁੰਡਾ ਪੌੜੀਆਂ ਨਹੀਂ ਚੜ੍ਹ ਪਾ ਰਿਹਾ, ਜਾਂ ਕੋਈ ਲੇਡੀ ਟੋਇਲਟ ਸੀਟ ਤੇ ਬੈਠਣ ਲਈ ਆਪਣੀ ਬੇਸਿਕ ਹਾਈਜੀਨ ਦੇ ਵਿੱਚ ਉੱਠਣ ਜਾਂ ਖੜੇ ਹੋਣ 'ਚ ਪ੍ਰੋਬਲਮ ਆਉਂਦੀ ਹੈ। ਪਹਿਲਾਂ ਤਾਂ ਕਈ ਵਾਰ ਯੰਗ ਬੰਦੇ ਇਹੀ ਚੱਕਰ 'ਚ ਨਹੀਂ ਪ੍ਰੋਪਰ ਕੇਅਰ ਲੈਂਦੇ ਕਿ ਸਾਨੂੰ 2 ਬੰਦਿਆਂ ਨੇ ਕਹਿ ਦੇਣਾ ਕਿ ਤੂੰ ਤਾਂ ਜਵਾਨ ਬੰਦਾ, ਤੈਨੂੰ ਕੀ ਹੋਇਆ, ਬਟ ਐਕਚੁਅਲੀ ਦਿਸ ਸ਼ੁੱਡ ਨਾਟ ਬੀ ਨੇਗੇਟਡ। ਸਿਮਿਲਰਲੀ ਆਪਾਂ ਇਹੀ ਗੱਲ ਕਰਦੇ ਪਏ ਸੀ ਕਿ ਇਹੀ ਪ੍ਰੋਬਲਮ ਐਲਡਰਲੀ ਦੇ ਵਿੱਚ ਜਦ ਆਉਂਦੀ ਹੈਗੀ ਹੈ, ਕਈ ਵਾਰ ਹੁੰਦਾ ਹੈ ਕਿ ਆਸਟੀਓਆਰਥਰਾਈਟਿਸ, ਜਿਹਨੂੰ ਵੇਅਰ ਐਂਡ ਟੇਅਰ ਕਹਿੰਦੇ ਹੈਗੇ, ਉਹ 40-45 ਸਾਲ ਤੱਕ ਹੀ ਮੈਨੀਫੈਸਟ ਕਰਨਾ ਸ਼ੁਰੂ ਕਰ ਜਾਂਦਾ ਹੈਗਾ। ਕਈ ਵਾਰ ਜਮਾਂਦਰੂ ਰੀਜ਼ਨ ਹੁੰਦੇ ਨੇ, ਕਈ ਵਾਰ ਡਾਇਟ ਦਾ ਰੀਜ਼ਨ ਹੁੰਦਾ ਹੈਗਾ, ਬਟ ਇਹ ਇੰਟੀਰੀਅਰ ਗਰੋਇਨ ਪੇਨ ਇਜ਼ ਦ ਨੰਬਰ 1 ਥਿੰਗ ਜਿਹੜੀ ਲੋਕਾਂ ਨੂੰ, ਕਿਸੇ ਬਜ਼ੁਰਗ ਨੂੰ ਆਪਣੀ ਖੇਤੀ ਕਰਨ ਤੋਂ ਰੋਕ ਸਕਦੀ ਹੈ, ਕਿਸੇ ਨੂੰ ਆਪਣੀ ਟੋਇਲਟ ਸੀਟ ਤੇ ਬਹਿਣ ਤੋਂ ਰੋਕ ਸਕਦੀ ਹੈ, ਕਿਸੇ ਨੂੰ ਕਾਰ ਦੀ ਸੀਟ ਬਹਿਣ ਤੋਂ ਰੋਕ ਸਕਦੀ ਹੈ। ਆਮ ਤੌਰ ਤੇ ਆਪਾਂ ਸੁਣਨੇ ਲੋਕਾਂ ਤੋਂ ਪੌੜੀਆਂ ਨਹੀਂ ਚੜ੍ਹੀਆਂ ਜਾਂਦੀਆਂ, ਕਈ ਵਾਰ ਹਾਈ ਵੇਟ ਨੂੰ ਬਲੇਮ ਕਰ ਦਿੱਤਾ ਜਾਂਦਾ ਹੈ ਜਾਂ ਕਿਸੇ ਹੋਰ ਚੀਜ਼ ਨੂੰ, ਪਰ ਉਹ ਕਈ ਵਾਰ ਹਿਪ ਤੇ ਚੂਲੇ ਦੀ ਤਕਲੀਫ ਕਰਕੇ ਹੁੰਦੀ ਹੈਗੀ ਹੈ। ਸੋ ਟੂ ਆਨਸਰ ਯੂਰ ਕੁਐਸਚਨ, ਮੇਲਸ ਐਂਡ ਫੀਮੇਲਸ ਆਰ ਇਕੁਅਲੀ ਅਫੈਕਟਡ, ਐਂਡ ਯੰਗਸਟਰਸ ਐਂਡ ਐਲਡਰਲੀ ਦੋਨੋਂ ਅਫੈਕਟਡ ਹੁੰਦੇ ਹੈਗੇ ਨੇ। ਬਟ ਲੈਟ ਯੋਰ ਡਾਕਟਰ ਬੀ ਦ ਬੈਸਟ ਜੱਜ ਕਿ ਤੁਹਾਨੂੰ ਇਸ ਟਾਈਮ ਕਿਹੜੀ ਸਟੇਜ ਆਫ ਡਿਜ਼ੀਜ਼ ਹੈ ਤੇ ਤੁਹਾਡੇ ਲਈ ਬੈਸਟ ਕੋਰਸ ਆਫ ਐਕਸ਼ਨ ਕੀ ਹੈਗਾ। ਅੱਛਾ, ਇੱਕ ਚੀਜ਼ ਹੋਰ ਦੱਸਿਓ ਕਿ ਬਹੁਤ ਸਾਰੇ ਲੋਕ ਤੁਰਦੇ ਆ, ਕਿਸੇ ਵੇਲੇ ਪੈਰ ਫਸ ਜਾਂਦਾ, ਡਿੱਗ ਪੈਂਦੇ ਆ, ਬਿਲਕੁਲ ਹਾਦਸਾ ਹੋ ਜਾਂਦਾ ਉਸ ਵੇਲੇ ਡਿੱਗ ਪੈਂਦੇ। ਪੌੜੀਆਂ ਦੀ ਗੱਲ ਤੁਸੀਂ ਕੀਤੀ ਹੈ, ਉਹ ਲੋਕ ਜਦੋਂ ਡਾਕਟਰ ਕੋਲ ਜਾਂਦੇ ਨੇ, ਮੇਰੇ ਇੱਥੇ ਇੱਕ ਦਰਦ ਹੁੰਦੀ ਹੈ, ਮਹੀਨਾ ਪਿਆ ਠੀਕ ਹੋ ਗਈ, ਹੌਲੀ ਹੌਲੀ ਬਾਅਦ ਵਿੱਚ ਕਦੀ ਨਾ ਕਦੀ ਸਾਲ 2 ਸਾਲ ਬਾਅਦ ਠੰਡ ਦੇ ਮੌਸਮ ਵਿੱਚ ਆ ਕੇ ਦਰਦ ਦੁਬਾਰਾ ਹੋਣ ਲੱਗ ਪੈਂਦੀ ਹੈ, ਕਿ ਉਹ ਵੀ ਇਹੀ ਇੱਕ ਨਿਸ਼ਾਨੀ ਹੁੰਦੀ ਹੈ? ਦੇਖੋ, ਜਦ ਕਦੇ ਵੀ ਸੱਟ ਲੱਗਦੀ ਹੈਗੀ ਹੈ, ਇਟਸ ਆਲ ਵੈਰੀ ਇੰਪੋਰਟੈਂਟ, ਜਿਵੇਂ ਮੈਂ ਗੱਲ ਕੀ, ਯੂ ਨੀਡ ਟੂ ਗੋ ਸਮਵੇਅਰ ਜਿੱਥੇ ਤੁਹਾਡੀ ਪ੍ਰੋਪਰ ਇਨਵੈਸਟੀਗੇਸ਼ਨਸ ਹੋ ਜਾਣ। ਕਾਮਨ ਫੋਕਲੋਰ 'ਚ ਆਪਾਂ ਗੱਲ ਕਰਦੇ ਹਾਂ, ਐਕਸਰੇ ਹਰ ਜਗ੍ਹਾ ਇੱਕ ਬੇਸਿਕ ਇਨਵੈਸਟੀਗੇਸ਼ਨ ਹੁੰਦੀ ਹੈ, ਬਟ ਜੇ ਤੁਸੀਂ ਕਦੇ ਕਿਸੇ ਮੈਡੀਕਲ ਪ੍ਰੋਫੈਸ਼ਨਲ ਨਾਲ ਗੱਲ ਕਰੋਗੇ, ਕਈ ਐਸੀ ਸੱਟਾਂ ਹੁੰਦੀਆਂ ਜੋ ਐਕਸਰੇ 'ਚ ਐਵੀਡੈਂਟ ਨਹੀਂ ਹੁੰਦੀਆਂ। ਕਈ ਵਾਰ ਅਸੀਂ ਪੰਜਾਬੀ 'ਚ ਐਗਜ਼ਾਮਪਲ ਦੇਈਦੇ, ਕਦੇ ਕੋਈ ਚੀਜ਼ ਟੁੱਟ ਜਾਵੇ ਤਾਂ ਉਹ ਟੁੱਟੀ ਜ਼ਰੂਰ ਹੁੰਦੀ ਹੈ ਪਰ ਆਪਣੀ ਜਗ੍ਹਾ ਤੋਂ ਹਿੱਲੀ ਨਹੀਂ ਹੁੰਦੀ, ਪਰ ਉਹ ਚੀਜ਼ ਟੁੱਟੀ ਤਾਂ ਹੋਈ ਹੁੰਦੀ ਹੈ। ਸੋ ਕੋਈ ਚੂਲੇ ਦਾ ਫ੍ਰੈਕਚਰ ਵੀ ਕਈ ਵਾਰ ਐਸਾ ਹੁੰਦਾ ਕਿ ਚੀਜ਼ ਟੁੱਟੀ ਹੁੰਦੀ ਹੈ, ਪੇਸ਼ੈਂਟ ਨੂੰ ਦਰਦ ਹੁੰਦਾ, ਪਰ ਕਈ ਵਾਰ ਐਕਸਰੇ ਦੇ ਵਿੱਚ ਐਵੀਡੈਂਟ ਨਹੀਂ ਹੁੰਦੀ ਕਿਉਂਕਿ ਹਿੱਲੀ ਨਹੀਂ ਹੁੰਦੀ। ਉਸ
ਪੋਜੀਸ਼ਨ ਦੇ ਵਿੱਚ ਕਈ ਵਾਰ CT ਸਕੈਨ ਜਾਂ MRI ਕਰਵਾਉਣਾ ਜ਼ਰੂਰੀ ਹੋ ਸਕਦਾ ਹੈਗਾ, ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗੇ ਕਿ ਇਹ 'ਚ ਕੋਈ ਲਿਗਾਮੈਂਟ ਇੰਜਰੀ ਤਾਂ ਨਹੀਂ ਆਈ, ਅਤੇ ਜੇ ਸੱਟ ਆਈ ਹੈਗੀ ਹੈ ਤਾਂ ਇਹਨੂੰ ਕਿੰਨੀ ਦੇਰ ਆਪਾਂ ਨੂੰ ਰੈਸਟ ਕਰਨ ਦੀ ਲੋੜ ਹੈ ਜਾਂ ਸਰਜਰੀ ਦੀ ਲੋੜ ਹੈ। ਅਤੇ ਜਿਵੇਂ ਤੁਸੀਂ ਗੱਲ ਕੀਤੀ, ਸਰਦੀ ਅਤੇ ਗਰਮੀ ਦੇ ਵਿੱਚ ਜ਼ਰੂਰ ਬੋਡੀ ਬੜੇ ਡਿਫਰੈਂਟ ਤਰੀਕੇ ਨਾਲ ਰਿਐਕਟ ਕਰਦੀ ਹੈ ਜੀ। ਕਈ ਲੋਕਾਂ ਨੂੰ ਗਰਮੀ ਦੇ ਵਿੱਚ ਇਹ ਤੋਂ ਰਿਲੀਫ ਮਿਲਦੀ ਹੈ। ਆਲ ਦੋਜ਼ ਥਿੰਗਸ ਆਰ ਕਾਲਡ ਸਬਜੈਕਟਿਵ। ਸਰਦੀ ਅਤੇ ਗਰਮੀ ਦਾ ਮੈਡੀਕਲੀ ਕੋਈ ਰੀਜ਼ਨ ਨਹੀਂ ਹੈਗਾ ਕਿ ਤੁਹਾਨੂੰ ਕਿਹਦੇ ਨਾਲ ਰਿਲੀਫ ਮਿਲਦੀ ਹੈ ਕਿ ਨਹੀਂ। ਉਹਦੇ ਵਿੱਚ ਦ ਸਿੰਪਲੈਸਟ ਆਨਸਰ ਇਸ ਕਿ ਜੇ ਤੁਹਾਨੂੰ ਸਰਦੀ 'ਚ ਆਰਾਮ ਮਿਲਦਾ ਤਾਂ ਵੈਲ ਐਂਡ ਗੁੱਡ, ਜੇ ਗਰਮੀ 'ਚ ਮਿਲਦਾ ਯੂ ਡੂ ਦੈਟ। ਬਾਹਰਲੀ ਕੰਟਰੀਆਂ 'ਚ ਸਪੈਸ਼ਲੀ ਕੈਨੇਡਾ ਦੇ ਵਿੱਚ ਲੋਕੀ ਉਹਨੂੰ ਵਿੰਟਰ ਬਰਡਸ ਕਹਿੰਦੇ ਨੇ ਲੋਕ। ਸਰਦੀਆਂ ਜਦ ਉੱਥੇ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ, ਫੀਨਿਕਸ ਜਾਂ ਅਮਰੀਕਾ ਜਾਂ ਇੰਡੀਆ ਆ ਜਾਂਦੇ ਨੇ, ਉਹਨਾਂ ਨੂੰ ਲੱਗਦਾ ਕਿ ਸਾਨੂੰ ਧੁੱਪ ਕਰਕੇ ਸਾਡੇ ਗੋਡਾਂ ਨੂੰ ਆਰਾਮ ਮਿਲਦਾ। ਉਹ ਬਿਲਕੁਲ ਠੀਕ ਗੱਲਾਂ ਨੇ, ਬਟ ਉਹਦਾ ਕੋਈ ਮੈਂ ਪਿਨ ਪੁਆਇੰਟ ਮੈਡੀਕਲ ਰੀਜ਼ਨ ਦੇਵਾਂ ਉਹ ਹੁਣ ਤੱਕ ਨਹੀਂ ਹੈ। ਦੀਜ਼ ਆਰ ਆਲ ਸਬਜੈਕਟਿਵ ਫਿਨੋਮੀਨਾ। ਜੇ ਕਿਸੇ ਨੂੰ ਬਹਾਨੇ ਸਿਰ ਇਸ ਤਰੀਕੇ ਨਾਲ ਗਰਮ ਜਗ੍ਹਾ ਜਾਣ ਦਾ ਮੌਕਾ ਮਿਲਦਾ ਜ਼ਰੂਰ ਜਾਣਾ ਚਾਹੀਦਾ। ਅੱਛਾ, ਤੁਸੀਂ ਕੈਨੇਡਾ ਦਾ ਜ਼ਿਕਰ ਕੀਤਾ, ਤੁਹਾਡੀ ਸਟੱਡੀ ਵੀ ਕੈਨੇਡਾ ਦੇ ਵਿੱਚ ਹੈ। ਖਾਸ ਤੌਰ 'ਤੇ ਜਿਹੜੀ ਤਕਨੀਕ ਹੈ ਤੁਸੀਂ ਉੱਥੋਂ ਹੀ ਸਿੱਖ ਕੇ ਆਏ ਹੋ, ਕਿਉਂਕਿ ਭਾਰਤ ਵਿੱਚ ਬਹੁਤ ਘੱਟ ਸੀਗੀ। ਕਿੰਨਾ ਕੁ ਫਰਕ ਲੱਗਦਾ? ਹਾਂਜੀ, ਦੇਖੋ, ਪ੍ਰੈਜ਼ੈਂਟਲੀ ਇੰਡੀਆ ਦੇ ਵਿੱਚ ਐਸੀ ਸਾਰੀ ਹੈਲਥ ਕੇਅਰ ਫੈਸਿਲਿਟੀਜ਼ ਅਵੇਲੇਬਲ ਨੇ ਜੋ ਮੈਂ ਤਾਂ ਬੜੇ ਪ੍ਰਾਊਡਨੈਸ ਨਾਲ ਐਜ਼ ਅ ਇੰਡੀਅਨ ਫਰਟਰਨਿਟੀ ਕਹਿ ਰਿਹਾ ਕਿ ਜੋ ਇਸ ਟਾਈਮ ਕਿਸੇ ਵੀ ਆਪਾਂ ਡਿਵੈਲਪਡ ਵਰਲਡ ਦੇ ਵਿੱਚ ਕਹੀਏ ਅਵੇਲੇਬਲ ਹੁੰਦੀਆਂ ਨੇ। ਬਟ ਓਬਵੀਅਸਲੀ ਟ੍ਰੇਨਿੰਗ ਦੇ ਟਾਈਮ ਕਈ ਚੀਜ਼ਾਂ ਨੇ ਜੀ ਜੋ ਆਪਣੇ ਤੋਂ ਬਹੁਤ ਐਡਵਾਂਸਡ ਹੈਗੇ ਨੇ। ਸੋ ਮੇਰੀ ਟ੍ਰੇਨਿੰਗ ਯੂਨੀਵਰਸਿਟੀ ਆਫ ਵੈਸਟਰਨ ontario ਅਤੇ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਹੋਈ ਹੈ, ਜਿੱਥੇ ਹਿਪ ਰਿਪਲੇਸਮੈਂਟ ਦੀ ਜੋ ਇਸ ਟਾਈਮ ਦੁਨੀਆ ਦੇ ਵਿੱਚ ਲੇਟੈਸਟ ਟੈਕਨੀਕ ਹੈ, ਜਿਹਨੂੰ ਕਹਿੰਦੇ ਨੇ ਡਾਇਰੈਕਟ ਐਂਟੀਰੀਅਰ ਅਪਰੋਚ ਫॉर ਹਿਪ ਰਿਪਲੇਸਮੈਂਟ। ਮੋਟੇ ਤੌਰ 'ਤੇ ਮੈਂ ਦੱਸਾਂ, ਦਿਸ ਇਜ਼ ਅ ਨਿਊਅਰ ਟੈਕਨੀਕ ਜਿਹਦੇ ਵਿੱਚ ਪੇਸ਼ੈਂਟ ਬਹੁਤ ਜਲਦੀ ਮੋਬਿਲਾਈਜ਼ ਹੋ ਜਾਂਦਾ ਹੈਗਾ ਪੋਸਟ ਸਰਜਰੀ। ਅਸੀਂ ਬਹੁਤ ਜਲਦੀ ਚਲਾ ਸਕਦੇ ਹਾਂ। ਇਹ ਮਸਲ ਸਪੇਅਰਿੰਗ ਅਪਰੋਚ ਹੈ। ਕਹਿਣ ਦਾ ਭਾਵ, ਜਦ ਅਸੀਂ ਸਰਜਰੀ ਕਰਦੇ ਹਾਂ, ਜਿਵੇਂ ਕਿਸੇ ਆਪਣੇ ਸੋਇਲ ਦੀਆਂ ਤਹਿਆਂ ਹੁੰਦੀਆਂ ਨੇ, ਇੱਕ ਹੁੰਦਾ ਕਿ ਆਪਾਂ ਕੋਈ ਚੀਜ਼ ਕੱਟ ਕੇ ਜਾਣੀ ਹੈ, ਇੱਕ ਹੁੰਦਾ ਕਿ ਤੁਸੀਂ ਤਹਿਾਂ ਨੂੰ ਪਾਸੇ ਕਰ ਕਰਕੇ ਜਾਣਾ। ਸੋ ਇਟਸ ਬਿਯੋਂਡ ਦ ਸਕੋਪ ਆਫ ਦਿਸ ਇੰਟਰਵਿਊ, ਬਟ ਜਿਹੜੀ ਨਵੀਂ ਟੈਕਨੀਕ ਹੈਗੀ ਹੈ ਉਹਦੇ ਨਾਲ ਸਾਨੂੰ ਕੋਈ ਮਸਲ ਕੱਟ ਨਹੀਂ ਕਰਨਾ ਪੈਂਦਾ। ਅਸੀਂ ਜਿਵੇਂ ਕਿਸੇ ਚੀਜ਼ ਦੀ ਤਹਿਾਂ ਦੇ ਵਿੱਚੋਂ ਜਾ ਕੇ ਹਿਪ ਰਿਪਲੇਸਮੈਂਟ ਕਰ ਸਕਦੇ ਹੈਗੇ ਟੂ ਅ ਪੁਆਇੰਟ ਕਿ ਇਸ ਟਾਈਮ ਜਿਹੜੇ ਰੀਸੈਂਟ ਸਰਵੇਜ਼ ਹੋਏ ਹੈਗੇ ਨੇ ਨਾਰਥ ਅਮਰੀਕਾ ਦੇ ਵਿੱਚ, ਅਬਾਊਟ 60 to 70 ਸਰਜਨਸ ਜਿਹੜੇ hip replacement ਕਰਦੇ ਸੀ, they have changed their practice to this new direct anterior approach for the hip। ਤੇ ਸਾਡੇ ਲਈ ਬੜੀ ਵੈਰੀ ਪ੍ਰਾਊਡ ਟੂ ਸੇ ਦੈਟ ਕਿ we've been able to introduce this, ਤੇ ਅਸੀਂ ਦੁਰਾਹੇ ਦੇ ਵਿੱਚ ਇਹ ਕਰ ਰਹੇ ਹੈਗੇ ਹਾਂ। ਤੇ ਇਹ ਟੈਕਨੀਕ ਆਲਰੇਡੀ ਬੈਂਗਲੌਰ, ਬੰਬੇ, ਅਹਿਮਦਾਬਾਦ ਅਤੇ ਹੈਦਰਾਬਾਦ ਕੁਝ ਸਾਲਾਂ ਤੋਂ ਆ ਚੁੱਕੀ ਸੀਗੀ। ਬਟ ਰਿਗਾਰਡਲੈਸ ਟੂ ਸੇ, ਹਿਪ ਰਿਪਲੇਸਮੈਂਟ ਆਪਣੇ ਆਪ ਦੇ ਵਿੱਚ ਹੀ ਬਹੁਤ ਸਕਸੈਸਫੁਲ ਸਰਜਰੀ ਹੈ। ਯੂ ਸ਼ੁੱਡ ਲੀਵ ਇਟ ਟੂ ਯੋਰ ਸਰਜਨ ਟੂ ਡਿਸਾਈਡ ਕਿ ਉਹ ਤੁਹਾਡੇ ਲਈ ਕਿਹੜੀ ਅਪਰੋਚ ਨਾਲ ਕਰਨਾ ਚਾਹੁੰਦੇ ਹਨ। ਓਬਵੀਅਸਲੀ ਨਵੀਂ ਅਪਰੋਚ ਦੇ ਆਪਣੇ ਐਡਵਾਂਟੇਜਸ ਨੇ, ਬਟ ਦੀ ਐਥੀਕਲ ਆਨਸਰ ਇਸ ਕਿ ਜਿਹੜੀਆਂ ਟ੍ਰੈਡੀਸ਼ਨਲ ਅਪਰੋਚਸ ਵੀ ਨੇ, ਉਹ ਇਫ ਡਨ ਵਿਦ ਇਨ ਦ ਰਾਈਟ ਇੰਡੀਕੇਸ਼ਨ, ਪੇਸ਼ੈਂਟ ਟਾਈਮ ਸਿਰ ਕਿਤੇ ਆਇਆ ਹੋਵੇ, ਟਾਈਮ ਸਿਰ ਸਰਜਨ ਨੇ ਉਹਨੂੰ ਸੁਜੈਸਟ ਕੀਤਾ ਹੋਵੇ, ਤੇ ਉਹਨਾਂ ਦੀ ਆਊਟਕਮਸ ਉਹਦੇ ਵਿੱਚ ਵੀ ਬਹੁਤ ਚੰਗੀਆਂ ਨੇ। ਡਾਕਟਰ ਸਾਹਿਬ, ਇੱਕ ਚੀਜ਼ ਹੋਰ ਦੱਸਿਓ, ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਡਰ ਹੁੰਦਾ ਜਦੋਂ ਵੀ ਡਾਕਟਰ ਦੇ ਕੋਲ ਜਾਣਾ। ਪਹਿਲਾ ਸਵਾਲ ਹੁੰਦਾ ਕਿ ਅਸੀਂ ਠੀਕ ਕਿੰਨੇ ਚਿਰ 'ਚ ਹੋਵਾਂਗੇ, ਫਿਰ ਪੁੱਛਦੇ ਟਾਂਕੇ ਕਿੰਨੇ ਕੁ ਲੱਗਣੇ ਆ। ਇਹ ਸਾਰੀਆਂ ਗੱਲਾਂ ਨੇ। ਤੇ ਤੀਜੀ ਉਮਰ ਦਾ ਵੀ ਲਿਹਾਜ਼ ਕੀਤਾ ਜਾਂਦਾ ਤੇ ਖਿਆਲ ਵੀ ਰੱਖਿਆ ਜਾਂਦਾ। ਕਿੰਨੀ ਕੁ ਉਮਰ ਤੱਕ ਦਾ ਇਹ ਆਪਰੇਸ਼ਨ ਹੋ ਸਕਦਾ? ਕਿਉਂਕਿ ਆਮ ਡਾਕਟਰ ਕਿਸੇ ਵੇਲੇ ਕਹਿੰਦੇ ਤਾਂ ਬਜ਼ੁਰਗ ਆ ਜੀ, 80 ਸਾਲ ਦਾ ਹੋ ਗਿਆ, 85 ਦਾ ਚੂੜਾ ਨਹੀਂ ਚੜ੍ਹਨਾ, ਪਰ ਅਸੀਂ ਰਿਸਕ ਲੈ ਕੇ ਦੇਖ ਲੈਂਦੇ ਹਾਂ। ਇਹਦੇ ਵਿੱਚ ਰਿਸਕ ਫੈਕਟਰ ਕਿੰਨਾ ਕੁ? ਬਹੁਤ ਇੰਪੋਰਟੈਂਟ ਕੁਐਸਚਨ ਜੀ, ਬਿਕੋਜ਼ ਆਪਾਂ ਇਕੱਲੇ ਐਜ਼ ਡਾਕਟਰ ਪੇਸ਼ੈਂਟ ਨਾਲ ਗੱਲ ਕਰੀਏ, ਆਪਾਂ ਇੱਦਾਂ ਦੇਖੀਏ ਕਿ ਕੱਲ੍ਹ ਨੂੰ ਆਪਣੇ ਕਿਸੇ ਫੈਮਿਲੀ ਮੈਂਬਰ ਨੇ ਇਹਦੀ ਲੋੜ ਪੈ ਸਕਦੀ ਹੁੰਦੀ ਹੈ। ਇਹ ਤੁਹਾਡਾ ਕੁਐਸਚਨ ਬਹੁਤ ਵੈਲਿਡ ਹੈ ਕਿ ਬੰਦਾ ਕਹਿੰਦਾ ਜੀ 80 ਸਾਲ ਦੇ ਬੰਦੇ ਦਾ ਰਿਸਕ ਹੈ। ਨਵੀਂ ਸਟੱਡੀਜ਼ ਐਂਡ ਐਵੀਡੈਂਸ ਕੀ ਕਹਿੰਦੀਆਂ ਹੈ ਕਿ ਦੋ ਵਰਡਸ ਹੁੰਦੇ ਨੇ, ਇੱਕ ਕਹਿੰਦੇ ਹੈ ਕ੍ਰੋਨੋਲੋਜੀਕਲ ਏਜ, ਇੱਕ ਹੁੰਦੀ ਹੈ ਫਿਜ਼ੀਓਲੋਜੀਕਲ ਏਜ। ਕਿ ਜ਼ਰੂਰੀ ਨਹੀਂ ਕਿ ਸਾਰੇ 80 ਸਾਲ ਦੇ ਬੰਦੇ ਉਨੇ ਹੀ ਫਿੱਟ ਹੋਣ ਅਤੇ ਉਨੇ ਹੀ ਅਨਫਿੱਟ ਹੋਣ। ਸੋ 80 ਸਾਲ ਇੱਕ ਬੜਾ ਬਲੈਂਕਟ ਟਰਮ ਹੈ, ਬੜਾ ਵੇਗ ਟਰਮ ਹੈ। ਜਿਵੇਂ ਸਾਰੇ 20 ਸਾਲ ਦੇ ਮੁੰਡੇ ਬਹੁਤ ਤਗੜੇ ਨਹੀਂ ਹੁੰਦੇ, ਇਹਦੀ ਤਰ੍ਹਾਂ ਹਰ 80 ਸਾਲ ਦਾ ਬਜ਼ੁਰਗ ਨਾਟ ਨੈਸੈਸਰਲੀ ਬਹੁਤ ਵੀਕ ਹੁੰਦਾ ਜੀ। ਸੋ ਸ਼ਾਰਟ ਆਨਸਰ ਇਹ ਹੈਗਾ ਕਿ ਅਸੀਂ ਇਹ ਸਰਜਰੀ ਇੰਡੀਆ ਦੇ ਵਿੱਚ ਵੀ, ਅਬਰੋਡ ਵੀ 95 ਸਾਲ ਤੱਕ ਦੇ ਲੋਕਾਂ 'ਚ ਵੀ ਕੀਤੀ ਹੋਈ ਹੈ। ਬਟ ਲਾਈਕ ਆਈ ਸੈਡ, ਹਰ ਚੀਜ਼ ਬੜੀ ਇੰਡੀਵਿਜੂਅਲ ਹੁੰਦੀ ਹੈਗੀ ਆ। ਆਈਮ ਸ਼ੋਰ ਆਪਣੇ ਸਾਰੇ ਘਰਾਂ 'ਚ ਆਪਣਾ ਐਗਜ਼ਾਮਪਲ ਦਿੱਤਾ ਹੋਊਗਾ ਕਿ ਜੀ ਉਹ ਕੋਈ ਬਾਬਾ ਜੀ ਸੀਗੇ, ਉਹ 90 ਸਾਲ ਦੇ ਵੀ ਇਹ ਕੁਛ ਕਰ ਸਕਦੇ ਸੀ ਅਤੇ ਇਹ ਜਵਾਨ 40 ਸਾਲ ਦਾ ਨਹੀਂ ਕਰ ਸਕਦਾ। ਸੋ ਯੈਸ, ਹਰ ਚੀਜ਼ ਦੇ ਵਿੱਚ, ਹਰ ਮੈਡੀਕਲ ਪ੍ਰੋਸੀਜਰ ਦੇ ਵਿੱਚ ਆਪਣੇ ਰਿਸਕਸ ਹੁੰਦੇ ਨੇ, ਬਟ ਅਸੀਂ ਉਹਨੂੰ ਰਿਸਕ ਸਟ੍ਰੈਟੀਫਿਕੇਸ਼ਨ ਕਹਿੰਦੇ ਹਾਂ ਕਿ ਪਹਿਲਾਂ ਸਾਰੇ ਟੈਸਟ ਹੁੰਦੇ ਨੇ,
ਦੇਖਿਆ ਜਾਂਦਾ ਤੁਹਾਡਾ ਹਾਰਟ ਕੇਪੇਬਲ ਹੈ ਕਿ ਨਹੀਂ, ਤੁਹਾਡਾ ਬਲੱਡ ਪੂਰਾ ਹੈ ਕਿ ਨਹੀਂ, ਜੇ ਮੈਂ ਵੇਗਲੀ ਗੱਲ ਕਰਾਂ। ਪਰ ਇਹ ਸਰਜਰੀ ਐਨੀਵੇਅਰ ਫਰੋਮ ਐਨ ਅਡਲਟ ਆਫ 18 ਈਅਰਸ ਓਲਡ ਟੂ ਅ ਸੀਨੀਅਰ ਸਿਟੀਜ਼ਨ ਆਫ ਅਪ ਟੂ 95 ਈਅਰਸ ਓਲਡ, ਜੇ ਉਹ ਫਿੱਟ ਹੋਣ, ਫਿੱਟ ਬੇਸਿਕ ਟੈਸਟ ਹੁੰਦੇ ਨੇ। ਅਨਫੋਰਚੂਨੇਟਲੀ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਅੱਜ ਕੱਲ੍ਹ ਨਸ਼ੇ ਵਧੇ ਹੋਏ ਨੇ, ਅਸੀਂ ਕਈ ਵਾਰ ਦੇਖਦੇ ਹਾਂ ਸਾਨੂੰ 30 ਸਾਲ ਦੇ ਬੰਦੇ ਦੀ ਵੀ ਸਰਜਰੀ ਕੈਂਸਲ ਜਾਂ ਡਿਵਰਟ ਕਰਨੀ ਪੈ ਜਾਂਦੀ ਬਿਕੋਜ਼ ਉਹ ਨਹੀਂ ਫਿੱਟ ਹੁੰਦੇ। ਸੋ ਫਿਜ਼ੀਓਲੋਜੀਕਲ ਏਜ ਤੇ ਕ੍ਰੋਨੋਲੋਜੀਕਲ ਏਜ, ਜੋ ਆਪਣੇ ਆਧਾਰ ਕਾਰਡ ਜਾਂ ਪਾਸਪੋਰਟ ਤੇ ਏਜ ਹੈ ਤੇ ਬੰਦਾ ਕਿੰਨਾ ਹੈਲਦੀ ਹੈ, ਆਰ ਡਿਫਰੈਂਟ ਥਿੰਗਸ। ਸੋ ਓਬਵੀਅਸਲੀ ਕੀਤੀ ਵੀ ਜਾ ਸਕਦੀ ਹੈ, ਪਰ ਯੋਰ ਡਾਕਟਰ ਵਿਲ ਗਿਵ ਯੂ ਦ ਸੇਫੈਸਟ ਆਨਸਰ ਬੇਸਡ ਔਨ ਕਿ ਇਹ ਬਜ਼ੁਰਗ ਦੀਆਂ ਏਜ ਦੀ ਫਿਜ਼ੀਓਲੋਜੀਕਲ ਏਜ ਕਿੰਨੀ ਹੈਗੀ ਹੈ ਐਂਡ ਰਿਸਕ ਸਟ੍ਰੈਟੀਫਿਕੇਸ਼ਨ ਉਹਦੇ ਹਿਸਾਬ ਨਾਲ। ਅੱਛਾ, ਫਿਰ ਵੀ ਕਿੰਨੇ ਕੁ ਦਿਨ ਦਾ ਇਲਾਜ ਹੁੰਦਾ ਹੈ? ਮੋਟੀ ਗੱਲ। ਹਾਂਜੀ, ਮੋਟੀ ਹੁਣ ਵਿਦ ਦ ਲੇਟੈਸਟ ਐਡਵਾਂਸਿਸ ਜੋ ਆਪਾਂ ਗੱਲ ਕਰ ਸੀ, ਟ੍ਰੈਡੀਸ਼ਨਲੀ ਪੇਸ਼ੈਂਟ ਨੂੰ 5 ਦਿਨ ਜਾਂ ਵੱਧ ਹਸਪੀਟਲ ਰੱਖਣਾ ਪੈਂਦਾ ਸੀ ਜੇ ਆਪਾਂ ਹਿਪ ਰਿਪਲੇਸਮੈਂਟ ਦੀ ਗੱਲ ਕਰੀਏ। ਵਿਦ ਦੀ ਐਡਵਾਂਸਿਸ ਇਨ ਦ ਡਾਇਰੈਕਟ ਇੰਟੀਰੀਅਰ ਅਪਰੋਚ ਫॉर ਹਿਪ ਰਿਪਲੇਸਮੈਂਟ, ਸ਼ਾਮ ਨੂੰ ਜਾਂ ਅਗਲੇ ਦਿਨ ਪੇਸ਼ੈਂਟ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈਗਾ। ਨਾਰਥ ਅਮਰੀਕਾ ਦੇ ਵਿੱਚ ਤਾਂ ਹੁਣ ਇਹਨੂੰ ਸ਼ਾਮ ਨੂੰ ਵੀ ਘਰੇ ਭੇਜ ਸਕਦੇ ਹੈਗੇ ਆ। ਸ਼ਾਮ ਨੂੰ ਜਾਂ ਵਿਦਿਨ 48 ਆਵਰਸ ਆਪਾਂ ਹੁਣ ਕੇਪੇਬਿਲਿਟੀ ਰੱਖਦੇ ਹਾਂ ਬੇਸਡ ਔਨ ਦ ਫਿਟਨੈਸ ਆਫ ਦ ਪੇਸ਼ੈਂਟ ਕਿ ਪੇਸ਼ੈਂਟ ਅਗਲੇ ਦਿਨ ਘਰ ਵਾਪਸ ਜਾ ਸਕਦਾ ਹੈ। ਬਟ ਲਾਈਕ ਆਈ ਸੈਡ, ਇਹ ਹਰ ਬੰਦੇ ਤੇ ਨਹੀਂ ਟੁੱਕਦੀ, ਬੇਸਡ ਔਨ ਫਿਜ਼ੀਓਲੋਜੀਕਲ ਏਜ ਹੁੰਦਾ ਹੈ। ਬਟ ਇੱਕ ਗੱਲ ਮੋਟੇ ਤੌਰ ਤੇ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਉਹ ਪੁਰਾਣੇ ਜ਼ਮਾਨੇ ਦਾ ਕਿ ਇੱਕ ਜੋੜ ਬਦਲਾ ਕੇ 5 ਦਿਨ ਪੇਸ਼ੈਂਟ ਨੂੰ ਹਸਪੀਟਲ ਰਹਿਣਾ ਪਵੇ, ਰਿਸ਼ਤੇਦਾਰ ਆ ਰਹੇ ਨੇ ਜਾ ਰਹੇ ਨੇ ਹਸਪਤਾਲ ਬੈਠ ਤੇ, ਉਹ ਚੀਜ਼ਾਂ ਹੁਣ ਹੌਲੀ ਹੌਲੀ ਖਤਮ ਹੋ ਗਈਆਂ ਨੇ ਤੇ ਵਿਦਿਨ 48 to 72 ਆਵਰਸ ਤੁਸੀਂ ਆਰਾਮ ਨਾਲ ਘਰੇ ਜਾ ਸਕਦੇ ਹੈਗੇ। ਡਾਕਟਰ ਸਾਹਿਬ, ਮੈਂ ਪੜ੍ਹ ਰਿਹਾ ਤੁਹਾਡੇ ਬਾਰੇ, ਤੁਹਾਨੂੰ ਖੇਤੀ ਦਾ ਵੀ ਬਹੁਤ ਸ਼ੌਂਕ ਹੈ ਤੇ ਮੋਟੇ ਅਨਾਜ ਨਾਲ ਵੀ ਜੁੜੇ ਹੈ, ਕਿਉਂਕਿ ਇਸ ਵੇਲੇ ਮਿਲਟਸ ਕਹਿੰਦੇ ਆਪਾਂ ਇਹਨੂੰ ਨਾ, ਤੇ ਦੱਸਿਓ ਤਾਂ ਇਹ ਸਰੀਰ ਦੇ ਕਿੰਨਾ ਕੁ ਯੋਗ ਹੈ ਸਰੀਰ ਨੂੰ ਬਣਾਉਣ ਦੇ ਲਈ, ਇਹਦਾ ਕਿੰਨਾ ਕੁ ਯੋਗਦਾਨ ਰਹਿੰਦਾ ਹੈ ਇਸ ਬਿਮਾਰੀ ਦੇ ਵਿੱਚ? ਦੇਖੋ, ਮਿਲਟਸ ਆਪਣੇ ਮੂਲ ਅਨਾਜ ਨੇ। ਅੱਜ ਕੱਲ੍ਹ ਮੇਰਾ ਵਾਹ ਹਰ ਸੋਸ਼ੋ ਇਕਨੋਮਿਕ ਸਟ੍ਰੈਟਾ ਆਫ ਸੁਸਾਇਟੀ ਨਾਲ ਪੈਂਦਾ। ਬਹੁਤ ਚੰਗਾ ਲੱਗਦਾ ਦੇਖ ਕੇ ਕਿ ਆ ਕੇ ਕਿ ਪਿੰਡਾਂ ਤੋਂ ਲੈ ਕੇ ਸ਼ਹਿਰ ਵਾਲੇ ਲੋਕ ਮਿਲਟਸ ਲਈ ਅਵੇਅਰ ਹੋ ਰਹੇ ਹੈਗੇ ਨੇ। ਮਿਲਟਸ ਨੈਚੁਰਲੀ ਗਲੂਟਨ ਫ੍ਰੀ ਫੂਡ ਹੈ, ਆਪਣੇ ਨੇਟਿਵ ਖੇਤੀ ਦਾ ਹਿੱਸਾ ਹੈਗਾ। ਐਜ਼ ਆਪਾਂ ਗੱਲ ਕਰੀਏ ਕਿ ਇਹਦੀ ਹਿਸਟੋਰਿਕ ਰੈਫਰੈਂਸ ਬਾਬਾ ਨਾਨਕ ਜੀ ਦੇ ਟਾਈਮ ਤੱਕ ਕੋਦਰਾ ਤੇ ਕੰਗਣੀ ਦੀ ਗੱਲ ਕੀਤੀ ਜਾਂਦੀ ਹੈ। ਸੋ ਇਹ ਬਹੁਤ ਨਿਊਟਰੀਐਂਟ ਡੈਂਸ ਹੈਗੇ ਨੇ। ਮੈਂ ਇਹ ਨਹੀਂ ਕਹੂੰਗਾ ਕਿ ਤੁਸੀਂ ਮਿਲਟਸ ਖਾ ਲਓਗੇ ਤਾਂ ਤੁਹਾਡੇ ਹਿੱਪ ਦਾ ਚੂੜਾ ਵਿੱਚ ਬਲੱਡ ਸਪਲਾਈ ਫਿਰ ਤੋਂ ਆ ਜਾਊਗੀ, ਬਟ ਹੈਲਥ ਦੀ, ਜਿਵੇਂ ਆਪਾਂ ਫਿਜ਼ੀਓਲੋਜੀਕਲ ਹੈਲਥ ਦੀ ਗੱਲ ਕੀਤੀ, ਟੂ ਮੇਨਟੇਨ ਯੋਰ ਵੇਟ, ਟੂ ਮੇਨਟੇਨ ਦ ਕੈਲਸ਼ੀਅਮ ਕੰਟੈਂਟ ਇਨ ਯੋਰ ਬੋਡੀ, ਟੂ ਹੈਵ ਅ ਹੈਲਦੀ ਬਾਉਲ ਮੂਵਮੈਂਟ, ਮਿਲਟਸ ਦਾ ਬਹੁਤ ਰੋਲ ਹੈਗਾ। ਟੂ ਅ ਪੁਆਇੰਟ ਕਿ ਆਪਾਂ ਕਈ ਵਾਰ ਆਦਤ ਹੁੰਦੀ ਹੈ, ਲੋਕ ਉਹੀ ਮਲਟੀਵਾਈਟਮਿਨ ਖਾਂਦੇ ਰਹਿੰਦੇ ਹੈਗੇ ਨੇ, ਕਈ ਵਾਰ ਉਹੀ ਫੈਂਸੀ ਡੱਬਿਆਂ ਦੇ ਵਿੱਚ ਪੈਂਦੇ ਨੇ। ਸੋ ਜੇ ਤੁਸੀਂ ਮਿਲਟਸ ਬਾਰੇ ਥੋੜ੍ਹਾ ਪੜ੍ਹੋ ਅਤੇ ਮਿਲਟਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ, ਤੁਸੀਂ ਜਨਰਲ ਥਿੰਗਸ ਜੋ ਤੁਹਾਡੀ ਜਨਰਲ ਹੈਲਥ ਲਈ ਜ਼ਰੂਰੀ ਨੇ, ਕਿ ਤੁਹਾਡਾ ਵੇਟ ਘੱਟ ਸਕਦਾ ਹੈਗਾ, ਯੂ ਫੀਲ ਫਿਟਰ ਐਂਡ ਬੈਟਰ। ਫਿਟ ਦਾ ਮਤਲਬ ਇਕੱਲੇ ਡੋਲੇ ਬਣਾਉਣਾ ਤੇ 6 ਪੈਕਸ ਨਹੀਂ ਹੁੰਦਾ। ਬੀਇੰਗ ਫਿਟ ਇਜ਼ ਕਿ ਤੁਸੀਂ ਜੇ ਆਪਣੇ ਕੰਮ ਤੇ ਆਏ ਤਾਂ ਤੁਹਾਡਾ ਪੌੜੀਆਂ ਚੜ੍ਹ ਕੇ ਆ ਕੇ ਸਾਹ ਨਹੀਂ ਚੜ੍ਹਿਆ, ਤੁਹਾਨੂੰ ਆਪਣੇ ਬਾਰੇ ਚੰਗਾ ਫੀਲ ਹੋ ਰਿਹਾ ਹੈ, ਯੂ ਆਰ ਏਬਲ ਟੂ ਗੋ ਟੂ ਦ ਵਾਸ਼ਰੂਮ ਐਵਰੀ ਡੇ, small everyday things that make you feel healthier. ਸੋ ਮੈਂ ਮਿਲਟਸ ਨੂੰ ਆਪਣੇ ਪੇਸ਼ੈਂਟਸ ਨੂੰ ਬਹੁਤ ਪ੍ਰਮੋਟ ਕਰਦਾ। ਅਸੀਂ ਘਰੇ ਵੀ ਬਹੁਤ ਯੂਜ਼ ਕਰਦੇ ਅਤੇ ਮੈਂ ਬਹੁਤ ਦੇਖਿਆ ਪੇਸ਼ੈਂਟਸ ਫੀਲ ਮਚ ਥੈਂਕਫੁਲ ਵੈਨ ਯੂ ਮੇਕ them aware about millets। ਹਾਂਜੀ ਡਾਕਟਰ ਸਾਹਿਬ, ਆਖਰ ਵਿੱਚ ਜਾਂਦੇ ਜਾਂਦੇ, ਜੇਕਰ ਕਿਸੇ ਲੋਕਾਂ ਨੇ ਤੁਹਾਡੇ ਕੋਲ ਪਹੁੰਚ ਕਰਨੀ ਹੈ, ਇਲਾਜ ਕਰਵਾਉਣਾ, ਦੁਰਾਹੇ ਦੇ ਵਿੱਚ ਹਸਪਤਾਲ ਹੈ, ਪੂਰਾ ਤੁਸੀਂ ਜਾਂਦੇ ਜਾਂਦੇ ਦੱਸੋ ਜੀ। ਹਾਂਜੀ, ਅਸੀਂ ਸਿੱਧੂ ਹਸਪੀਟਲ ਦੁਰਾਹਾ, ਡਿਸਟ੍ਰਿਕਟ ਲੁਧਿਆਣਾ, GT ਰੋਡ 'ਤੇ ਸਿਚੁਏਟਡ ਹੈ। ਹਸਪੀਟਲ ਪਿਛਲੇ 60 ਸਾਲ ਤੋਂ ਸੇਵਾਵਾਂ ਦੇ ਰਹੇ ਹੈਗੇ ਹੈ। ਸਰਜਰੀ, ਆਰਥੋਪੀਡਿਕਸ, ਗਾਇਨੀ, ਮੈਡੀਸਨ ਐਂਡ ਟਰਾਮਾ ਸਰਵਿਸਿਜ਼ ਤੋਂ ਸਾਡੀ ਮੁੱਢ ਹੋਈ ਸੀ। ਕੈਨੇਡਾ ਤੋਂ ਚੀਜ਼ਾਂ ਸਿੱਖ ਕੇ, ਜਿਹੜੀਆਂ ਸ਼ੋਲਡਰ ਆਰਥਰੋਸਕੋਪਿਕ ਲਿਗਾਮੈਂਟ ਰਿਪੇਅਰ, ਸ਼ੋਲਡਰ ਰਿਪਲੇਸਮੈਂਟ ਜੋ ਕਿ ਇੰਡੀਆ 'ਚ ਰੈਲੇਟਿਵਲੀ ਰੇਅਰ ਹੈ, ਅਤੇ ਸਪੈਸ਼ਲੀ ਡਾਇਰੈਕਟ ਇੰਟੀਰੀਅਰ ਅਪਰੋਚ ਜਾਂ ਹਿਪ ਰਿਪਲੇਸਮੈਂਟ ਤੋਂ ਅਸੀਂ ਵਨ ਆਫ ਦ ਫਸਟ ਸੈਂਟਰਸ ਇਨ ਪੰਜਾਬ ਹੈ ਜੋ ਰੈਗੂਲਰਲੀ ਇਹਨੂੰ ਆਪਣੇ ਪੇਸ਼ੈਂਟਸ ਨੂੰ ਆਫਰ ਕਰ ਰਹੇ ਹੈਗੇ ਹੈ। ਅਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਸਾਡੀ ਵੈਬਸਾਈਟ ਹੈ ਅਤੇ ਸਾਡਾ ਨੰਬਰ ਵੀ ਅਵੇਲੇਬਲ ਹੈ। ਬਟ ਅੱਜ ਮੇਰੀ ਟਾਕ ਦਾ ਮੇਨ ਇਸ਼ੂ ਇਹ ਸੀਗਾ ਕਿ ਆਪਣੇ ਲੋਕੀ ਜੋ ਦੇਸ਼ ਪ੍ਰਦੇਸ਼ ਵਸਦੇ ਪਏ ਹੈਗੇ ਨੇ, ਆਪਣੀ ਏਲਮੈਂਟਸ ਬਾਰੇ ਅਵੇਅਰ ਹੋਣ ਕਿ ਜੇ ਕਿਸੇ ਦਾ ਮੋਢਾ ਇੱਥੋਂ ਸਾਈਡ ਤੋਂ ਦੁਖਦਾ ਅਤੇ ਪੱਗ ਦੀਆਂ ਕੰਘੀ ਨਹੀਂ ਬਾਹੀ ਜਾ ਰਹੀ ਤਾਂ ਆਪਣੀ ਸ਼ੋਲਡਰ ਇੰਜਰੀ ਨੂੰ ਨਿਗੇਟ ਨਾ ਕਰੋ। ਸਿਮਿਲਰਲੀ, ਜੇ ਕਿਤੇ ਸਾਹਮਣੇ ਚੂਲੇ 'ਚ ਤਕਲੀਫ ਹੋ ਰਹੀ ਹੈ, ਤੁਹਾਨੂੰ ਪਤਾ ਤੁਹਾਡੀ ਐਡਿਕਸ਼ਨਸ ਹੈਗੀਆਂ ਇਨ ਦ ਪਾਸਟ, ਗੈਟ ਪ੍ਰੋਪਰ ਟਰੀਟਮੈਂਟ ਡਨ ਅਤੇ ਉਹਨੂੰ ਡਿਲੇ ਨਾ ਕਰੋ।
ਤੇ ਜੋ ਇੱਕ ਪੰਜਾਬੀ ਆਪਣਾ ਮੈਂਟਲ ਹੈਲਥ ਲਈ ਬਹੁਤ ਚੰਗੀ ਗੱਲ ਹੈ ਕਿ ਖਿੱਚੀ ਜਾਊ ਦੇਖੀ ਜਾਊ, ਉਹਨੂੰ ਮੈਂਟਲ ਹੈਲਥ ਲਈ ਜ਼ਰੂਰ ਰੱਖੋ, ਪਰ ਫਿਜ਼ੀਕਲ ਹੈਲਥ ਲਈ ਉਹਨੂੰ ਇੰਨਾ ਨਾ ਖਿੱਚ ਦਿਓ ਕਿ ਉਹਦੀ ਰਿਪੇਅਰ ਵੀ ਔਖੀ ਹੋ ਜਾਵੇ। ਬਿਲਕੁਲ, ਦੇਖਦੇ ਹਾਂ ਡਾਕਟਰ ਸਾਹਿਬ ਕੀ ਬਣਦਾ। ਬਾਕੀ ਤੁਸੀਂ ਐਂ ਧੰਨਵਾਦ ਬਹੁਤ ਬਹੁਤ। ਥੈਂਕ ਯੂ ਸੋ ਮਚ ਜੀ। ਸੋ ਡਾਕਟਰ ਰਜੇਸ਼ਵਰ ਸਿੰਘ ਸਿੱਧੂ ਨਾਲ ਗੱਲਬਾਤ ਅਸੀਂ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਵੀਂ ਤਕਨੀਕ ਦੇ ਨਾਲ ਉਹ ਇਲਾਜ ਕਰਦੇ ਨੇ। ਸੋ ਬਹੁਤ ਸਾਰੇ ਲੋਕ ਉੱਥੇ ਜਾਂਦੇ ਆ। ਸੋ ਡਾਕਟਰ ਸਾਹਿਬ ਨੇ ਗੱਲਬਾਤ ਕੀਤੀ, ਉਹ ਸਾਰੀਆਂ ਸਮੱਸਿਆਵਾਂ ਦੱਸੀਆਂ ਜਿਹੜੇ ਹਿਸਾਬ ਦੇ ਨਾਲ ਲੋਕ ਠੀਕ ਹੁੰਦੇ ਨੇ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਤੋਂ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।